सहेलिया अगे नाल चले। सो गुरबाक अनुसार गरीब नूं आज सच्चे पातशाह दी उस्तत करन लई देवतियां दी तरह सज के बैठे गुरु रूप खालसा जी अपने बच्चों नूं बख्शो असीस। गुरफतेह नाल सांझ पाओ, गज के बुलाओ जी वाहिगुरू जी का खालसा वाहिगुरू जी की फतेह। आओ अपने ख्यालों की उडारी सिखां दे तीजे गुरु गुरु अमरदास जी दे वसाए नगर गोइंदवाल की धरती ते लैके जाइए, जिथे अप्रैल 1563 विच गुरु रामदास पातशाह जी दे घर बाल श्री अर्जन साहिब जी का जन्म होया। आप जी दे नाना गुरु अमरदास जी आप नूं बहुत प्यार करते सन। आप जी ने जो वादे सीसा माता भानी दे लाडले नूं दित्तियां गुरमत केंद्र दे बच्चे ਉਹ पेश करते हैं।
ਆਪ ਜੀ ਨੇ ਸੰਗਤੀ ਰੂਪ ਦੇ ਵਿੱਚ ਸਤਿਗੁਰਾਂ ਦਾ ਜਸ ਕੀਤਾ ਹੈ ਔਰ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਬੱਚਿਆਂ ਨੇ ਆਪ ਜੀ ਨੂੰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਸਰਵਣ ਕਰਵਾਇਆ ਹੈ। ਆਓ ਥੋੜਾ ਸਮਾਂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਪਵਿੱਤਰ ਵਡਿਆਈ ਦੇ ਵਿੱਚ ਕੁਝ ਵਚਨ ਆਪ ਜੀ ਦੇ ਨਾਲ ਸਾਂਝ ਕਰਨ ਦਾ ਹੁਕਮ ਹੋਇਆ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਸਿਮਰਨ ਕਰੀਏ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਬੇਅੰਤ ਹੈ। ਜੇ ਕੋਈ ਮਨੁੱਖ ਕਹੇ ਮੈਂ ਸਤਿਗੁਰਾਂ ਦੀ ਵਡਿਆਈ ਨੂੰ ਬਿਆਨ ਕਰ ਸਕਾਂ ਤਾਂ ਸੈਂਕੜੇ ਨਹੀਂ, ਲੱਖਾਂ ਨਹੀਂ, ਅਣਗਿਣਤ ਜਨਮ ਲੈ ਕੇ ਵੀ ਨਹੀਂ ਬਿਆਨ ਕਰ ਸਕੇਗਾ, ਅਸੰਭਵ ਹੈ। ਕਵੀ ਸੰਤੋਖ ਸਿੰਘ ਜੀ ਦਾ ਵਚਨ ਹੈ, ਗੁਰ ਮਹਿਮਾ ਮਿਸ਼ਰੀ ਮੇਰ ਸਮ ਅਗੰਮ ਅਨੰਤ ਅਪਾਰ। ਗੁਰੂ ਦੀ ਮਹਿਮਾ ਮਿਸ਼ਰੀ ਦੇ ਪਹਾੜ ਦੇ ਵਾਂਗੂ ਹੈ ਤੇ ਜੇ ਕੋਈ ਕੀੜੀ ਕਵੇ ਕਿ ਮੈਂ ਮਿਸ਼ਰੀ ਦੇ ਪਹਾੜ ਦਾ ਕੁਝ ਘਟਾ ਦਿਆਂ ਤੇ ਇਹ ਹੋ ਨਹੀਂ ਸਕਦਾ। ਚੀਰੀ ਨਿਜ ਮੁਖ ਭਰ ਲਿਆ ਕਿਛ ਅੰਤ ਨਾ ਪਾਰਾਵਾਰ। ਗੁਰੂ ਦੀ ਮਹਿਮਾ ਮਿਸ਼ਰੀ ਦੇ ਪਹਾੜ ਦੇ ਵਾਂਗੂ ਹੈ। ਅਸੀਂ ਕੀੜੇ ਮਕੌੜੇ ਗੁਰੂ ਦੀ ਮਹਿਮਾ ਦਾ ਅੰਤ ਨਹੀਂ ਪਾ ਸਕਦੇ। ਸੱਚੇ ਪਾਤਸ਼ਾਹ ਜੀ ਦੇ ਜਨਮ ਦੇ ਨਾਲ ਸੰਬੰਧਿਤ ਕੁਝ ਕੁ ਵਿਚਾਰ ਤੇ ਇੱਕ ਜੋ ਸਿਧਾਂਤ ਤੇ ਗਰੰਟੀ ਗੁਰੂ ਅਰਜਨ ਸਾਹਿਬ ਨੇ ਦਿੱਤੀ। ਦੇਖੋ ਅੱਜ ਕੱਲ੍ਹ ਗਰੰਟੀਆਂ ਦਾ ਦੌਰ ਹੈ ਤੇ ਗਰੰਟੀ ਦੀ ਗੱਲ ਕਰਨੀ ਵੀ ਜ਼ਰੂਰੀ ਹੋ ਵੀ ਆਪਾਂ ਕਰਾਂਗੇ ਕਿ ਗੁਰੂ ਅਰਜਨ ਸਾਹਿਬ ਨੇ ਇੱਕ ਗਰੰਟੀ ਦਿੱਤੀ ਹੈ। ਅਸੀਂ ਅੱਜ ਤੱਕ ਉਸ ਗਰੰਟੀ ਤੇ ਭਰੋਸਾ ਨਹੀਂ ਕਰ ਸਕੇ ਤੇ ਅੱਜ ਕੱਲ੍ਹ ਲੋਕੀ ਗਰੰਟੀਆਂ ਦੇ ਕੇ ਸਰਕਾਰਾਂ ਵੀ ਬਣਾ ਦਿੰਦੇ ਨੇ। ਪਰ ਗੁਰੂ ਅਰਜਨ ਸਾਹਿਬ ਦੀ ਗਰੰਟੀ ਲਿਖਤ ਰੂਪ ਦੇ ਵਿੱਚ ਹੈ, ਉਹ ਮੈਂ ਆਪ ਜੀ ਦੇ ਨਾਲੋਂ ਵੀ ਸਾਂਝ ਕਰਨੀ ਹੈ। ਉਹ ਕਿਹੜੀ ਗਰੰਟੀ ਹੈ ਤੇ ਕਿਹੜੀ ਮਹਾਨ ਦੇਣ ਹੈ ਸੱਚੇ ਪਾਤਸ਼ਾਹ ਜੀ। ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਧਰਤੀ ਤੇ 15 ਅਪ੍ਰੈਲ 1563 ਈਸਵੀ ਨੂੰ ਹੋਇਆ। ਯਾਦ ਰੱਖਣਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਵੀ 15 ਅਪ੍ਰੈਲ ਦਾ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਵੀ 15 ਅਪ੍ਰੈਲ ਦਾ ਹੈ। ਅਜੋਕੇ ਸਮੇਂ ਦੇ ਨਾਲ ਦੇਖੀਏ ਤੇ 20 ਵਿਸਾਖ ਗੁਰੂ ਅਰਜਨ ਸਾਹਿਬ ਦਾ ਵੀ ਤੇ ਗੁਰੂ ਨਾਨਕ ਸਾਹਿਬ ਦਾ ਵੀ ਪ੍ਰਕਾਸ਼ ਪੁਰਬ ਇੱਕੋ ਦਿਨ ਆਉਂਦਾ। ਹੁਣ ਤੁਸੀਂ ਬਣਾ ਰਹੇ ਹੋ ਰਲ ਮਿਲ ਕੇ, ਜਿੱਥੇ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਹੇ, ਆਟੋਮੈਟਿਕ ਗੁਰੂ ਨਾਨਕ ਸਾਹਿਬ ਦਾ ਆਪਣੇ ਆਪ ਹੀ ਨਾਲ ਹੋ ਜਾਣਾ ਹੈ। ਔਰ ਚੰਗਾ ਹੋਵੇ ਜੇ ਅਸੀਂ ਇਸ ਪ੍ਰਚਾਰ ਦੇ ਵਿੱਚ ਇਸ ਗੱਲ ਨੂੰ ਵੀ ਸ਼ਾਮਲ ਕਰ ਲਈਏ ਕਿ ਗੁਰੂ ਨਾਨਕ ਸਾਹਿਬ ਤੇ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਪੁਰਬ, ਕਿਉਂਕਿ ਅਸਲੀ ਪ੍ਰਕਾਸ਼ ਪੁਰਬ ਤੇ 20 ਵਿਸਾਖ ਤੇ 15 ਅਪ੍ਰੈਲ ਨੂੰ ਹੀ ਹੈ ਨਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਵੀ ਇੱਕੋ ਦਿਨ ਪਹਿਲੇ ਪਾਤਸ਼ਾਹ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ। ਮਹਾਰਾਜ ਦਾ ਪ੍ਰਕਾਸ਼ ਚੌਥੇ ਨਾਨਕ ਧੰਨ ਗੁਰੂ ਰਾਮਦਾਸ ਜੀ ਦੇ ਗ੍ਰਹਿ ਮਾਤਾ ਭਾਨੀ ਜੀ ਦੀ ਕੁੱਖੋਂ ਹੋਇਆ। ਗੋਇੰਦਵਾਲ ਸਾਹਿਬ ਦੀ ਧਰਤੀ ਹੈ ਔਰ ਗੁਰਗੱਦੀ ਤੇ ਉਸ ਵੇਲੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਹੜੇ ਸੰਸਾਰਿਕ ਰਿਸ਼ਤੇ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਜੀ ਦੇ ਸਤਿਕਾਰਯੋਗ ਨਾਨਾ ਜੀ ਵੀ ਲੱਗਦੇ ਨੇ, ਉਹ ਉਸ ਵੇਲੇ ਪਾਵਨ ਗੱਦੀ ਤੇ ਬਿਰਾਜਮਾਨ ਹਨ। ਸੰਸਾਰ ਭਰ ਦੇ ਵਿੱਚੋਂ ਸੰਗਤ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਨਾਨਕ ਜੋਤ ਦੇ ਦੀਦਾਰ ਕਰਨ ਤੇ ਸਿਧਾਂਤ ਦੀ ਪ੍ਰਾਪਤੀ ਕਰਨ, ਦਰਸ਼ਨ ਸਿਧਾਂਤਕ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ ਹਨ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਹ ਵੱਡੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਏ।
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵੀ ਤਕਰੀਬਨ 62 ਸਾਲ ਦੀ ਉਮਰ ਇਤਿਹਾਸਕਾਰਾਂ ਨੇ ਲਿਖੀ ਹੈ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆਏ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ 11 ਸਾਲ ਦੀ ਉਮਰ ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ। ਪਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਹੀ ਗੁਰੂ ਘਰ ਦੇ ਵਿੱਚ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਭੱਟ ਸਾਹਿਬਾਨ ਨੇ ਇਸੇ ਕਰਕੇ ਲਿਖਿਆ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਜਿਸ ਵਕਤ ਜਨਮ ਹੋਇਆ, ਨਾਨਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਥੋੜੇ ਸਮੇਂ ਬਾਅਦ ਆਪਣੀ ਗੋਦੀ ਦੇ ਵਿੱਚ ਲਿਆ। ਬੜੇ ਨੀਚ ਦੇ ਨਾਲ ਬਾਲਕ ਦੇ ਚਿਹਰੇ ਨੂੰ ਨਿਹਾਰਿਆ ਔਰ ਬਚਨ ਕੀਤਾ, ਇਹ ਵੱਡਾ ਭਾਰੀ ਪੁਰਖ ਹੋਵੇਗਾ। ਗੁਰੂ ਅਮਰਦਾਸ ਜੀ ਨੇ ਬਚਨ ਕੀਤਾ। ਅਜੇ ਕੁਝ ਘੰਟਿਆਂ ਦੇ ਕਹਿ ਲਓ ਬੱਚੇ ਦਾ ਜਨਮ ਹੁੰਦਾ, ਫਿਰ ਉਹਨੂੰ ਸਾਫ਼ ਸਫਾਈ ਕਰਕੇ ਕੱਪੜੇ 'ਚ ਲਪੇਟਿਆ ਜਾਂਦਾ ਤੇ ਜਦੋਂ ਥੋੜੇ ਸਮੇਂ ਬਾਅਦ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੋਦੀ ਵਿੱਚ ਲਿਆ ਤੇ ਬਚਨ ਕੀਤਾ, ਇਹ ਵੱਡਾ ਪੁਰਖ ਹੋਵੇਗਾ। ਥੋੜਾ ਸਮਾਂ ਹੋਰ ਲੰਘਿਆ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਮਰ ਸਾਲ ਕੋ ਦੇ ਅੰਦਰ ਹੋਵੇਗੀ। ਅਜੇ ਚੰਗੀ ਤਰ੍ਹਾਂ ਤੁਰਦੇ ਨਹੀਂ, ਰਿੜਦੇ ਨੇ ਰਿੜਦੇ। ਇਹ ਉਹਨਾਂ ਦਾ ਬਚਪਨ ਦੀ ਥੋੜਾ ਜਿਹਾ ਆਪਣਾ ਧਿਆਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰੱਖਿਓ ਤੇ ਨਾਲ ਦੀ ਨਾਲ ਆਪਣੇ ਘਰਾਂ ਦੇ ਵਿਹੜਿਆਂ ਦੇ ਵਿੱਚ ਵੀ ਲਈ ਜਾਇਓ। ਸਾਡੇ ਘਰਾਂ ਦੇ ਵਿੱਚ ਬੱਚੇ ਖੇਡਦੇ ਜਦੋਂ ਨਜ਼ਰ ਆਉਂਦੇ ਹਨ, ਰਿੜਦੇ ਹੋਏ ਛੋਟੇ ਛੋਟੇ ਬੱਚੇ, ਤੇ ਉਸ ਰੂਪ ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਤਿਗੁਰੂ ਅਰਜਨ ਸਾਹਿਬ ਦੇ ਦੀਦਾਰ ਕਰਿਓ। ਮਹਾਰਾਜ ਖੇਡਦੇ ਨੇ, ਵਿਹੜੇ ਦੇ ਵਿੱਚ ਰੌਣਕਾਂ ਲਾਈ ਰੱਖਦੇ ਨੇ। ਮਹਾਰਾਜ ਦੇ ਦੋ ਭਰਾ ਹੋਰ ਨੇ, ਵੱਡੇ ਬਾਬਾ ਪ੍ਰਿਥੀ ਚੰਦ ਜੀ, ਆਪਾਂ ਸਤਿਕਾਰ ਨਾਲ ਹੀ ਨਾਂ ਲਵਾਂਗੇ, ਭਾਵੇਂ ਕਿ ਅੱਗੇ ਜਾ ਕੇ ਜੋ ਉਹਨਾਂ ਦੀ ਹਿਸਟਰੀ ਹੈ ਉਹ ਬਿਲਕੁਲ ਵੱਖਰੀ ਹੋ ਜਾਂਦੀ ਹੈ, ਉਹਨਾਂ ਦਾ ਰਸਤਾ ਹੀ ਇੱਕ ਵੱਖਰਾ ਹੋ ਜਾਂਦਾ ਹੈ। ਪਰ ਗੁਰੂ ਪੁੱਤਰ ਨੇ ਸਤਿਕਾਰ ਨਾਲ ਆਪਾਂ ਬਾਬਾ ਪ੍ਰਿਥੀ ਚੰਦ ਜੀ, ਤੇ ਉਹਨਾਂ ਤੋਂ ਛੋਟੇ ਨੇ ਬਾਬਾ ਮਹਾਦੇਵ ਜੀ। ਹੁਣ ਤੀਜੇ ਨੰਬਰ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ। ਆਪਾਂ ਜਾਣਦੇ ਹਾਂ ਦਾਸ ਨੇ ਬਚਪਨ ਦੇ ਵਿੱਚ ਦੇਖਿਆ, ਹੋ ਸਕਦਾ ਨਵੇਂ ਬੱਚਿਆਂ ਨੂੰ ਨਾ ਪਤਾ ਹੋਵੇ। ਸਮਾਂ ਸੀ ਜਦੋਂ ਥੋੜਾ ਜਿਹਾ ਪਿੱਛੇ ਚੱਲਦੇ ਹਾਂ ਆਪਾਂ, ਤਕਰੀਬਨ 35-40 ਸਾਲ ਪਿੱਛੇ ਚਲੇ ਜਾਈਏ। ਘਰਾਂ ਦੇ ਵਿੱਚ ਨਾ ਕੱਪੜੇ ਦਾ ਇੱਕ ਗੁਥਲੀ ਜਿਹੀ ਬਣਾ ਕੇ ਤੇ ਭੈਣਾਂ ਉਹਦੇ ਵਿੱਚ ਲੀਰਾਂ ਪਾ ਪਾ ਕੇ ਚੰਗੀ ਤਰ੍ਹਾਂ ਤੇ ਉਹਨੂੰ ਸਿਉਂ ਕੇ ਬਾਲ ਦਾ ਰੂਪ ਦੇ ਦਿੰਦੀਆਂ ਸਨ, ਗੇਂਦ ਬਣਾ ਦਿੰਦੀਆਂ ਸਨ ਬੱਚੇ ਨੂੰ ਖੇਡਣ ਵਾਸਤੇ। ਦਾਸ ਨੇ ਖੁਦ ਖੇਡਿਆ ਹੋਇਆ ਹੈ, ਮੇਰੇ ਤੋਂ ਵੱਡੀ ਉਮਰ ਦੇ ਤਕਰੀਬਨ ਸਾਰਿਆਂ ਨੇ ਖੇਡਿਆ ਹੋਏਗਾ ਉਸ ਬਾਲ ਦੇ ਨਾਲ। ਜਿਹੜੀ ਹੋਮ ਮੇਡ ਬਾਲ ਆਪਾਂ ਕਹਿ ਸਕਦੇ ਹਾਂ, ਉਹ ਗੇਂਦ ਅੱਜ ਕੱਲ੍ਹ ਬਾਜ਼ਾਰੋਂ ਆਪਾਂ ਬੱਚਿਆਂ ਨੂੰ ਲੈ ਕੇ ਦੇਣੇ ਖੇਡਣ ਵਾਸਤੇ, ਤੇ ਪਹਿਲਾਂ ਇਹ ਖਿਡੌਣੇ ਘਰਾਂ ਦੇ ਵਿੱਚ ਹੀ ਬਣਾਏ ਜਾਂਦੇ ਸੀ। ਉੱਦਾਂ ਦੀ ਇੱਕ ਬਾਲ ਬਣਾ ਕੇ ਦਿੱਤੀ ਬੀਬੀ ਭਾਨੀ ਜੀ ਨੇ, ਤਾਂ ਕਿ ਗੁਰੂ ਅਰਜਨ ਸਾਹਿਬ ਖੇਡਦੇ ਰਹਿਣ ਤੇ ਉਹ ਕੁਝ ਸੇਵਾ ਕਰ ਸਕਣ, ਕਿਉਂਕਿ ਗੁਰੂ ਘਰ ਦੇ ਵਿੱਚ ਵੱਡੀ ਆਮਦ ਹੈ ਸੰਗਤ ਦੀ। ਗੋਇੰਦਵਾਲ ਸਾਹਿਬ ਦੇ ਵਿੱਚ ਬੌਲੀ ਸਾਹਿਬ ਵੀ ਉਸ ਵੇਲੇ ਤਿਆਰ ਹੋ ਚੁੱਕਾ ਹੈ। ਸੰਗਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰਨ ਵਾਸਤੇ ਗੋਇੰਦਵਾਲ ਸਾਹਿਬ ਵੱਡੀ ਤਾਦਾਦ ਦੇ ਵਿੱਚ ਆਉਂਦੀ ਹੈ, ਕਿਉਂਕਿ ਜਦੋਂ ਅਸੀਂ ਸੰਗਤ ਦੀ ਗਿਣਤੀ ਦਾ ਜੇ ਆਪਾਂ ਅੰਦਾਜ਼ਾ ਲਾਉਣਾ ਹੋਵੇ ਨਾ, ਉਸ ਵਕਤ 6 ਕਰੋੜ ਆਬਾਦੀ ਸੀ ਇਸ ਮੁਲਕ ਦੀ, ਜਿਸ ਨੂੰ ਆਪਾਂ ਅੱਜ ਕੋਈ ਹਿੰਦੁਸਤਾਨ ਕਹਿੰਦਾ, ਕੋਈ ਭਾਰਤ ਕਹਿੰਦਾ ਹੈ। ਇਹ ਵੱਖ-ਵੱਖ ਸਟੇਟਾਂ ਦੇ ਵਿੱਚ ਵੰਡਿਆ ਹੋਇਆ ਸੀ। ਹਿੰਦੁਸਤਾਨ ਨਾਂ ਉਦੋਂ ਵੀ ਪ੍ਰਚਲਿਤ ਸੀ, ਕਿਉਂਕਿ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਲਿਖਿਆ ਹਿੰਦੁਸਤਾਨ ਡਰਾਇਆ। 6 ਕਰੋੜ ਦੀ ਆਬਾਦੀ ਦੇ ਵਿੱਚੋਂ ਜੇ ਸਿੱਖਾਂ ਦੀ ਆਬਾਦੀ ਦੀ ਗੱਲ ਕਰੀਏ, ਅੱਜ ਬੜੀ ਸ਼ਰਮ ਆਉਂਦੀ ਹੈ। ਸਾਡੀ ਜਿਹੜੀ ਆਬਾਦੀ ਹੈ ਪੂਰੇ ਵਰਲਡ ਦੇ ਵਿੱਚ ਵੀ ਉਹਦੇ ਨੇੜੇ ਨਹੀਂ ਜਿੰਨੀ ਆਬਾਦੀ ਉਦੋਂ ਇਸ ਮੁਲਕ ਦੀ ਕੁੱਲ ਆਬਾਦੀ 6 ਕਰੋੜ, ਤੇ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਵਿੱਚ 3 ਕਰੋੜ ਲੋਕਾਂ ਨੂੰ ਗੁਰਸਿੱਖ ਬਣਾਇਆ। ਇਹ ਮਿਰਜ਼ਾ ਗੁਲਾਮ ਅਹਿਮਦ ਕਾਦੀਆਂ ਦੀ ਲਿਖਤ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਹਯਾਤੀ ਦੇ ਵਿੱਚ 3 ਕਰੋੜ ਲੋਕਾਂ ਨੂੰ ਚਰਨ ਪੌਲ ਦੇ ਕੇ, ਉਪਦੇਸ਼ ਦੇ ਕੇ ਸਿੱਖ ਬਣਾਇਆ। ਸਮੇਂ ਦੇ ਲਿਹਾਜ਼ ਦੇ ਨਾਲ
ਇੰਨੀਆਂ ਕੋ ਹਨੇਰੀਆਂ ਇਸ ਕੌਮ ਦੇ ਉੱਤੇ ਝੁੱਲੀਆਂ ਕਿ ਹੋ ਸਕਦਾ ਬਹੁਤ ਸਾਰੇ ਜਿਹੜੇ ਡਰਦੇ ਲੋਕ ਸਨ, ਜਿਨ੍ਹਾਂ ਦੇ ਅੰਦਰ ਮਨ ਦੇ ਅੰਦਰ ਡਰ ਸੀ, ਉਹ ਪਿੱਛੇ ਹਟ ਗਏ ਹੋਣ। ਪਰ ਜਿਹੜੇ ਤੱਤ ਖਾਲਸਾ ਸੀ, ਉਹਨੇ ਇਸ ਕੌਮ ਨੂੰ ਅੱਗੇ ਵਧਾਇਆ। ਖੈਰ, ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਉਂਦੀ ਹੋਏਗੀ। ਅੱਜ ਤਕਰੀਬਨ 2.25 ਕਰੋੜ ਦੇ ਕਰੀਬ ਸਾਡੀ ਜਿਹੜੀ ਲਿਖਤ ਆਬਾਦੀ ਹੈ ਸਿੱਖ ਕੌਮ ਦੀ ਹੈ। ਇਹ ਵੱਖਰੀ ਗੱਲ ਹੈ, ਵੱਡੀ ਗਿਣਤੀ ਜਿਹੜੀ ਸਿੱਕਲੀ ਗੱਲ ਤੇ ਵਣਜਾਰੇ ਸਿੱਖਾਂ ਦੀ ਗਿਣਤੀ ਹੈ, ਉਹ ਇਹਦੇ ਵਿੱਚ ਸ਼ਾਮਲ ਆਪਾਂ ਨਹੀਂ ਕਰ ਪਾਉਂਦੇ, ਕਿਉਂਕਿ ਉਹਨਾਂ ਨੂੰ ਸਮੇਂ ਦਾ ਜਿਹੜਾ ਸਿਸਟਮ ਹੈ ਉਹ ਸਾਡੇ ਵਿੱਚ ਸ਼ਾਮਲ ਕਰਦਾ ਹੀ ਨਹੀਂ। ਪਰ ਜਿਹੜੇ ਲਿਖਤ ਰੂਪ ਦੇ ਵਿੱਚ 2.25 ਕਰੋੜ ਦੇ ਨੇੜੇ ਤੇੜੇ ਆਬਾਦੀ ਸਿੱਖ ਕੌਮ ਦੀ ਹੈ। ਬੀਬੀ ਭਾਨੀ ਜੀ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਦੇ ਨੇ, ਵੱਡੇ ਵੱਡੇ ਚੁੱਲ੍ਹੇ ਤਪਦੇ ਨੇ, ਵੱਡੇ ਵੱਡੇ ਕੜਾਏ, ਵੱਡੇ ਵੱਡੇ ਪਤੀਲੇ ਗੁਰੂ ਕੇ ਲੰਗਰਾਂ ਦੇ ਵਿੱਚ ਭੋਜਨ ਤਿਆਰ ਕਰਨ ਵਾਸਤੇ ਚੱਲਦੇ ਨੇ। ਹਰ ਇੱਕ ਮਾਂ ਦਾ ਖਿਆਲ ਹੁੰਦਾ ਕਿ ਬੱਚਾ ਥੋੜਾ ਇਹਨਾਂ ਚੀਜ਼ਾਂ ਤੋਂ ਦੂਰ ਰਵੇ। ਤੇ ਗੁਰੂ ਅਰਜਨ ਸਾਹਿਬ ਨੂੰ ਵੀ ਛੋਟੀ ਉਮਰ ਦੇ ਵਿੱਚ ਇਸ ਤਰ੍ਹਾਂ ਖਿਡੌਣੇ ਦੇ ਕੇ ਖੇਡਣ ਲਾ ਦਿੱਤਾ ਜਾਂਦਾ ਹੈ। ਤੇ ਇੱਕ ਦਿਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਸ਼ਾਮ ਦਾ ਸਮਾਂ, ਥੋੜਾ ਜਿਹਾ ਦਿਨ ਢਲ ਰਿਹਾ ਹੈ, ਮਹਾਰਾਜ ਆਰਾਮ ਦੀ ਅਵਸਥਾ ਦੇ ਵਿੱਚ ਨੇ, ਕਿਉਂਕਿ ਸ਼ਾਮ ਦਾ ਸੋਦਰ ਦਾ ਦੀਵਾਨ ਅਜੇ ਸੱਜਣਾ। ਉਸ ਤੋਂ ਪਹਿਲਾਂ ਸ਼ਾਮ ਨੂੰ ਮਹਾਰਾਜ ਵਿਸ਼ਰਾਮ ਕਰ ਰਹੇ ਨੇ। ਤੇ ਉਦੋਂ ਨਾ ਥੋੜਾ ਜਿਹਾ ਪਿੱਛੇ ਜਾਈਏ ਤੇ ਆਪਣੇ ਪਿੰਡਾਂ ਦੇ ਵਿੱਚ ਲੱਕੜ ਦੇ ਦਰਵਾਜ਼ੇ ਹੁੰਦੇ ਸੀ ਤੇ ਬੜੇ ਭਾਰੇ ਹੁੰਦੇ ਸੀ। ਜਿਹੜੇ ਚੰਗੇ ਘਰ ਸਨ, ਕਈ ਪਿੰਡਾਂ ਦੇ ਵਿੱਚ ਵੱਡੇ ਵੱਡੇ ਘਰਾਂ ਵਾਲਿਆਂ ਨੂੰ, ਮਹਿਲਾਂ ਵਾਲੇ, ਇਦਾਂ ਦੀ ਅੱਲ ਪਈ ਹੁੰਦੀ ਸੀ। ਤੇ ਗੁਰੂ ਨਾਨਕ ਦਾ ਘਰ ਤੇ ਕਿਸੇ ਵੀ ਮਹਿਲਾਂ ਵਾਲੇ ਦੇ ਘਰ ਤੋਂ ਕਿਤੇ ਵੱਡਾ ਸੀ। ਤੇ ਜੇ ਆਮ ਘਰਾਂ ਦੇ ਵਿੱਚ ਲੱਕੜ ਦੇ ਦਰਵਾਜ਼ੇ ਕਿੱਡੇ ਕਿੱਡੇ ਭਾਰੇ ਹੁੰਦੇ ਸੀ, ਤੇ ਗੁਰੂ ਨਾਨਕ ਦੇ ਘਰ ਦੇ ਜਿਹੜੇ ਮਹਿਲ ਸਨ, ਉਹਦੇ ਦਰਵਾਜ਼ੇ ਕਿੰਨੇ ਭਾਰੇ ਹੋਣਗੇ। ਲੱਕੜ ਦੇ ਭਾਰੇ ਦਰਵਾਜ਼ੇ ਲੱਗੇ ਨੇ। ਤੇ ਥੋੜੀ ਜੀ ਝੀਤ, ਕਿਉਂਕਿ ਉਦੋਂ ਲਾਈਟਾਂ ਨਹੀਂ ਸਨ, ਅੰਦਰ ਰੋਸ਼ਨੀ ਵਾਸਤੇ ਛੱਡੀ ਹੋਈ ਬਾਕੀ ਜਿਹੜਾ ਦਰਵਾਜ਼ਾ ਹੈ ਨਾ, ਉਹ ਬੰਦ ਹੈ। ਰਿੜਦੇ ਰਿੜਦੇ ਬਾਲ ਦੇ ਪਿੱਛੇ ਦੌੜਦੇ ਨੇ। ਉਹ ਗੇਂਦ ਉਹ ਛੋਟੀ ਜਿਹੀ ਝੀਤ ਦੇ ਵਿੱਚੋਂ ਕਮਰੇ ਦੇ ਅੰਦਰ ਚਲੀ ਗਈ। ਹੁਣ ਅਜੇ ਸਰੀਰਕ ਅਵਸਥਾ ਛੋਟੀ ਹੈ। ਮਹਾਰਾਜ ਰਿੜਦੇ ਰਿੜਦੇ ਦਰਵਾਜ਼ੇ ਦੇ ਕੋਲ ਗਏ ਤੇ ਉਹਨਾਂ ਨੇ ਦੋਵੇਂ ਗੋਡੇ ਥੱਲੇ ਲਾਏ, ਸਿਰ ਥੱਲੇ ਲਾਇਆ ਤੇ ਇੱਕ ਹੱਥ ਦੇ ਨਾਲ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਦਰਵਾਜ਼ਾ ਖੁੱਲਿਆ ਨਹੀਂ। ਫਿਰ ਕੋਸ਼ਿਸ਼ ਕੀਤੀ, ਦੂਜੇ ਹੱਥ ਦੇ ਨਾਲ, ਸੱਜੇ ਹੱਥ ਦੇ ਨਾਲ ਥੋੜਾ ਜਿਹਾ ਜ਼ੋਰ ਲਾਇਆ, ਨਹੀਂ ਖੁੱਲਿਆ। ਫਿਰ ਮਨ ਦੇ ਵਿੱਚ ਜੋ ਉਹਨਾਂ ਦੇ ਵਿਚਾਰ ਆਇਆ ਹੋਏਗਾ, ਉਹਨਾਂ ਨੇ ਦੋਨੋਂ ਗੋਡੇ, ਦੋਨੋਂ ਹੱਥ ਥੱਲੇ ਲਾਏ ਤੇ ਸਿਰ ਲਾ ਕੇ ਪੂਰਾ ਜ਼ੋਰ ਜਦੋਂ ਲਾਇਆ ਤੇ ਦਰਵਾਜ਼ਾ ਖੁੱਲ ਗਿਆ। ਦਰਵਾਜ਼ਾ ਭਾਰਾ ਸੀ। ਉਸ ਅਵਸਥਾ ਦੇ ਵਿੱਚ, ਸਰੀਰਕ ਅਵਸਥਾ ਦੇ ਵਿੱਚ ਖੋਲ੍ਹਣਾ ਮੁਸ਼ਕਲ ਸੀ, ਪਰ ਉਹ ਦਰਵਾਜ਼ਾ ਖੁੱਲ ਗਿਆ। ਤੇ ਰਿੜਦੇ ਰਿੜਦੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਾਲ ਅਵਸਥਾ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਕਮਰੇ ਵਿੱਚ ਚਲੇ ਗਏ। ਹੁਣ ਜਾ ਕੇ ਅੰਦਰ, ਕਿਉਂਕਿ ਥੋੜੀ ਜਿਹੀ ਰੋਸ਼ਨੀ ਜਾ ਰਹੀ ਹੈ, ਪਰ ਅੰਦਰ ਪੂਰੀ ਰੋਸ਼ਨੀ ਨਹੀਂ ਹੈ। ਬਾਲ ਨੂੰ ਲੱਭਦੇ ਨੇ ਤੇ ਲੱਭਦਿਆਂ ਲੱਭਦਿਆਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੰਜੇ ਦੇ ਪਾਵੇ ਨੂੰ ਫੜ ਕੇ ਖੜੇ ਹੋਏ ਤੇ ਸਾਰਾ ਮੰਜਾ ਹਿੱਲ ਗਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਜਾਗ ਖੁੱਲ ਗਈ। ਜਦੋਂ ਜਾਗ ਖੁੱਲ ਗਈ ਤੇ ਉਹਨਾਂ ਨੇ ਸਹਿ ਸੁਭਾ ਵਚਨ ਕੀਤਾ, ਇਹ ਕੌਣ ਵੱਡਾ ਪੁਰਖ ਹੈ ਭਾਰੀ, ਜਿਸ ਮੰਜੀ ਹਿਲਾਈ ਅਸਾਡੀ ਸਾਰੀ। ਤੇ ਦੋਤਰੇ ਵੱਲ ਦੇਖਿਆ ਤੇ ਪਿਆਰ ਦੇ ਨਾਲ ਦੋਤਰੇ ਨੂੰ ਆਪਣੀ ਗੋਦੀ ਵਿੱਚ ਚੱਕ ਲਿਆ। ਉਧਰੋਂ ਮਾਤਾ ਭਾਨੀ ਜੀ ਉਹ ਦੇਖ ਰਹੇ ਨੇ ਵੀ ਗੁਰੂ ਅਰਜਨ ਸਾਹਿਬ, ਬਾਲ ਅਰਜਨ ਦੇਵ ਨਜ਼ਰ ਨਹੀਂ ਆ ਰਹੇ। ਉਹਨਾਂ ਨੇ ਇੱਧਰ ਉੱਧਰ ਦੇਖਿਆ ਤੇ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕਮਰੇ ਦੇ ਕੋਲ ਆਏ ਨਾ, ਲੱਭਦੇ ਲੱਭਦੇ, ਤੇ ਅੰਦਰੋਂ ਆਵਾਜ਼ ਸੁਣੀ ਨਾਨੇ ਦੀ, ਦੋਤਰੇ ਨੂੰ ਗੋਦੀ ਵਿੱਚ ਬਿਠਾ ਕੇ ਖਿਡਾਉਂਦਿਆਂ ਦੀ। ਅੰਦਰ ਲੰਘ ਆਏ ਤੇ ਉਸੇ ਵੇਲੇ ਆ ਕੇ ਕਹਿਣ ਲੱਗੇ, ਪਿਤਾ ਜੀ ਲਿਆ ਮੈਨੂੰ ਫੜਾ ਦਿਓ, ਤੁਹਾਡਾ ਆਰਾਮ ਦਾ ਸਮਾਂ ਹੈ। ਇਹ ਅਰਜਨ ਦੇਵ ਨਾ ਬੜਾ ਚਲਾਕ ਹੋ ਗਿਆ ਹੈ, ਇਹਦਾ ਪਤਾ ਹੀ ਨਹੀਂ ਲੱਗਦਾ ਕਦੋਂ ਕਿੱਧਰ ਨੂੰ ਚਲਾ ਜਾਂਦਾ।
गुरु अमरदास सच्चे पातशाह मुस्कुराए, कहन लगे भानी नी धीए ये चलाक नहीं, ये तो बड़ा सियाना है। चलाक ते तेरा वड्डा पुत्र है प्रिथी चंद। ये वचन गुरु अमरदास जी ने कहा। हुण याद रखना, बाबा प्रिथी चंद उस वेले 6 सालां दे ने ते गुरु अर्जन साहिब सच्चे पातशाह जी की उम्र तकरीबन 1 साल के नेड़े है। हुण माता भानी जी गुरु अमरदास सच्चे पातशाह जी महाराज नूं सवाल करते ने, कहंदे पिता जी प्रिथी चंद 6 सालां दा है, ਉਹਦੇ कुछ लक्षण तुहानूं दिसदे होणगे, पर यह अजे 1 साल का भी नहीं, गल्लां भी पूरीआं नहीं करदा। इहदी सियाणप वाली किहड़ी गल तुसीं देख लई, तुसीं कहा कि बड़ा सियाणा है। महाराज कहंदे सियाणा नहीं, गैर गंभीर भी है। पिता जी दसो तां सही। महाराज कहन लगे कि ये अज इन्हें सिर ला के कमरे का दरवाजा खोलिया है, समा आएगा जदों धर्म का दरवाजा खोलण वास्ते, खुला रखण वास्ते अपना सीस तक कुर्बान कर दे। ये वचन गुरु अमरदास सच्चे पातशाह जी ने कीते। समा आया, वो वचन पूरे होए। प्रतख रूप दे विच अज भी असीं इतिहास दे विचों देखदे हां, धर्म का दरवाजा खुला रखण वास्ते गुरु अर्जन साहिब सच्चे पातशाह जी ने अपना सीस तक कुर्बान कर दिता। महाराज दे कौतुक बेअंत ने। बचपन दीयां खेडां बड़ियां निरालियां ने। महाराज जी दे सुंदर स्वरूप का वर्णन भी इतिहासकारां ने कीता है। उन्हां दे नैण नक्शां का जिक्र किया, बड़े सुंदर नैण नक्श ने। उन्हां दे सुंदर बुल्लां का जिक्र किया, उन्हां दे नक का जिक्र किया। कवि संतोख सिंह ने बड़ा सुंदर व्याख्यान किया। जिहड़ा भी देखदा है वो गुरु अर्जन साहब जी की सूरत वाल देख के मोहिया ही जाता है, तकदा रह जाता है। इउं कह लो भी लोक परलोक दीयां खुशियां मिल जांदियां ने, देखण वाला मंत्र मुग्ध हो जाता, निहाल हो जाता है। सच्चे पातशाह गुरु अर्जन साहब जी थोड़े बड़े होए, इतिहास अपनी चाल चलता है। गुरु रामदास सच्चे पातशाह जी महाराज जी नूं गद्दी मिली और गुरु अमरदास सच्चे पातशाह जी ज्योति जोत समा गए। हुक्म होया सी अमृतसर साहिब जाण दा। गुरु अमरदास जी दे ज्योति जोत समाउण तो पहलां ही धन गुरु रामदास जी अमृतसर शहर जिन्हों आपां जे कहने, उस वेले ਚੱਕ रामदासपुरा सी, वो वसाउण वास्ते इत्थे आ गए सन ते नाल ही उन्हां दा परिवार भी आ गया। ते बचपन दे विच ही फिर गुरु अर्जन साहिब ਚੱਕ रामदासपुरा श्री अमृतसर साहिब की धरती ते आ गए। धन गुरु रामदास सच्चे पातशाह जी ने बेअंत बख्शिशां कीतियां, सिक्खी दे वाधे वास्ते बेअंत यतन कीते। और जो कुछ भी गुरु अमरदास सच्चे पातशाह जी के समय विच भी गुरु अर्जन साहब जी के प्रकाश तो उन्हां दे सुरत संभालण तो बाद विच होया, ते जो कुछ गुरु रामदास जी ने किया वो सारा कुछ गुरु अर्जन साहब ने वेख्या भी, हंडाया भी, तो उन्हां दे हिरदे दे विच वो सारा कुछ वस गया। ये सारा विरसा उन्हां नूं बचपन दे विच ही जन्म तो ही लैके गुरु घर दे विच प्राप्त होया। सच्चे पातशाह धन गुरु अर्जन देव जी महाराज उन्होंने 6 साल के करीब गुरु रामदास सच्चे पातशाह जी की छत्र छाया के हेठ उन्हां दी गुरता गद्दी दे समय दे विच उन्हां दे नेड़े रह के उन्होंने बतीत किया। उन्हां दी जे आपां अखरी विद्या की गल करिए तो गुरु अर्जन साहिब सच्चे पातशाह जी नूं अखरी विद्या गुरमुखी अखर जिहड़े ने वो नाना गुरु गुरु अमरदास सच्चे पातशाह जी ने सिखाए ते देख रेख रही बाबा बुढ़ा साहिब जी। बाबा बुढ़ा जी का बड़ा वड्डा सत्कार है गुरु घर दे। गुरु नानक साहब ने पहले जामे जी बचन कर दिता सी, बुढ़िया तैथों कदे ओले ना होसां। ते वो सत्कार उन्हां नूं 6 पातशाहियां तक गुरु घर दे विचों प्राप्त होया और हर पक्ष तो उन्होंने गुरु घर दे विच अगे रख के उन्होंने सलाह मशवरे ते अमल भी किया गया। वड्डियां जिम्मेवारियां बाबा बुढ़ा साहब जी ने निभाईयां। गुरु
ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਿੱਥੇ ਅਖਰੀ ਗਿਆਨ ਨਾਨਾ ਗੁਰੂ ਜੀ ਨੇ ਦਿੱਤਾ ਤੇ ਬਾਬਾ ਬੁੱਢਾ ਜੀ ਦੀ ਦੇਖ ਰੇਖ ਰਹੀ, ਉੱਥੇ ਉਹਨਾਂ ਨੇ ਅਰਬੀ, ਫਾਰਸੀ ਤੇ ਉਰਦੂ ਉਸ ਵੇਲੇ ਦੇ ਗੋਇੰਦਵਾਲ ਸਾਹਿਬ ਦੇ ਵਿੱਚ ਮਦਰਸੇ ਦੇ ਵਿੱਚੋਂ ਪ੍ਰਾਪਤ ਕੀਤਾ। ਉਹਨਾਂ ਨੇ ਸੰਸਕ੍ਰਿਤ ਦੀ ਵਿਦਿਆ ਪੰਡਤ ਬੇਣੀ ਜੀ ਦੇ ਕੋਲੋਂ ਪ੍ਰਾਪਤ ਕੀਤੀ। ਉਹ ਪੰਡਤ ਬੇਣੀ ਜਿਹੜਾ ਕਦੇ ਹੰਕਾਰਿਆ ਹੋਇਆ ਗੁਰੂ ਘਰ ਦੇ ਵਿੱਚ ਆਇਆ ਸੀ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਨਜ਼ਰੇ ਰਹਿਮਤ ਦਾ ਪਾਤਰ ਬਣ ਕੇ ਗੁਰੂ ਘਰ ਦਾ ਬਾਅਦ ਵਿੱਚ ਸੇਵਕ ਬਣਿਆ। ਉਸ ਪੰਡਤ ਬੇਣੀ ਦੇ ਕੋਲੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਸਕ੍ਰਿਤ ਦੀ ਵਿਦਿਆ ਪੜ੍ਹੀ। ਇਸੇ ਤਰ੍ਹਾਂ ਉਹਨਾਂ ਨੂੰ ਘੋੜਸਵਾਰੀ, ਨੇਜੇਬਾਜ਼ੀ ਦੇ ਗੁਰ ਵੀ ਸਿਖਾਏ ਗਏ। ਔਰ ਉਸ ਸਮੇਂ ਦੇ ਵਿੱਚ ਗੁਰੂ ਅਰਜਨ ਸਾਹਿਬ ਵਰਗਾ ਘੋੜਸਵਾਰ ਵੀ ਕੋਈ ਨਹੀਂ ਸੀ, ਮਹਾਰਾਜ ਵਰਗਾ ਨੇਜੇਬਾਜ਼ ਵੀ ਕੋਈ ਨਹੀਂ ਸੀ। ਇਹਦਾ ਪ੍ਰਤੱਖ ਪ੍ਰਮਾਣ ਉਹਨਾਂ ਦੇ ਵਿਆਹ ਵਾਲੇ ਦਿਨ ਮੌ ਪਿੰਡ ਦੇ ਵਿੱਚੋਂ ਸਾਨੂੰ ਮਿਲਦਾ। ਜਦੋਂ ਪਿੰਡ ਵਾਲਿਆਂ ਨੇ ਸ਼ਰਤ ਰੱਖ ਦਿੱਤੀ ਸੀ ਕਿ ਇਹ ਜਿਹੜੀ ਮੋਹੜੀ ਹੈ ਇਹਨੂੰ ਪੱਟਣ ਵਾਲਾ ਜਿਹੜਾ ਉਹੀ ਵਿਆਹ ਕਰ ਸਕਦਾ, ਇੱਥੋਂ ਵਿਆਹ ਕੇ ਲਿਜਾ ਸਕਦਾ ਹੈ, ਮਾਤਾ ਗੰਗਾ ਜੀ। ਤੇ ਉਹ ਜਿਹੜੀ ਮੋਹੜੀ ਸੀ, ਇਤਿਹਾਸ ਕਹਿੰਦਾ ਵੀ ਇੱਕ ਰੁੱਖ ਨੂੰ ਘੜ ਦਿੱਤਾ ਗਿਆ ਸੀ ਤੇ ਜੜ੍ਹਾਂ ਸਮੇਤ ਉਹ ਰੁੱਖ ਦੀਆਂ ਜੜ੍ਹਾਂ ਸਨ ਧਰਤੀ ਦੇ ਵਿੱਚ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਮਾਲ ਦੀ ਘੋੜ ਸਵਾਰੀ ਦੇ ਜਿੱਥੇ ਜ਼ੋਰ ਦਿਖਾਏ ਸੀ, ਉੱਥੇ ਕਮਾਲ ਦੀ ਫੁਰਤੀ ਦੇ ਨਾਲ ਇੱਕੋ ਹੱਲੇ ਦੇ ਨਾਲ ਨੇਜੇ ਦੇ ਨਾਲ ਉਹ ਜੜ ਤੱਕ ਪੁੱਟ ਕੇ ਰੱਖ ਦਿੱਤੀ ਸੀ। ਮਹਾਰਾਜ ਵਰਗਾ ਨੇਜੇਬਾਜ਼ ਵੀ ਕੋਈ ਨਹੀਂ ਸੀ, ਮਹਾਰਾਜ ਵਰਗਾ ਘੋੜ ਸਵਾਰ ਵੀ ਕੋਈ ਨਹੀਂ ਸੀ। ਸੱਚੇ ਪਾਤਸ਼ਾਹ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਹਨ, ਪਰ ਦੋ ਉਹਨਾਂ ਦੀਆਂ ਬਖਸ਼ਿਸ਼ਾਂ ਐਸੀਆਂ ਨੇ ਜਿਨ੍ਹਾਂ ਦੇ ਨਾਲ ਕੌਮ ਦਾ ਭਵਿੱਖ ਬਣਿਆ, ਸਿੱਖ ਕੌਮ ਦਾ ਭਵਿੱਖ ਬਣਿਆ। ਦੋ ਐਸੀਆਂ ਬਖਸ਼ਿਸ਼ਾਂ, ਪਹਿਲੀ ਬਖਸ਼ਿਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਹਰਿਮੰਦਰ ਨਾਮ ਬਾਅਦ ਵਿੱਚ ਦਿੱਤਾ ਗਿਆ ਕਿਉਂਕਿ ਵਿਸ਼ਨੂੰ ਦਾ ਮੰਦਿਰ ਬਣਾਉਣਾ ਚਾਹੁੰਦੇ ਨੇ। ਉਹ ਅੱਜ ਪ੍ਰਚਲਿਤ ਹਰਿਮੰਦਰ ਹੀ ਹੋ ਗਿਆ, ਅਸਲ ਨਾਮ ਸ੍ਰੀ ਦਰਬਾਰ ਸਾਹਿਬ ਹੈ। ਤੇ ਬਹੁਤਾ ਕਰਕੇ ਸਾਨੂੰ ਇਹ ਪ੍ਰਚਲਿਤ ਕਰਨਾ ਚਾਹੀਦਾ ਆਪਣੇ ਭਾਈਚਾਰੇ 'ਚ। ਉਹ ਵਿਸ਼ਨੂੰ ਦਾ ਮੰਦਿਰ ਨਹੀਂ ਹੈ, ਹਰੀ ਵਿਸ਼ਨੂੰ ਨੂੰ ਕਿਹਾ ਜਾਂਦਾ ਹੈ ਤੇ ਇਤਿਹਾਸ ਦੇ ਵਿੱਚ ਮਿਲਾਵਟ ਕਰਕੇ ਉਹਨੂੰ ਹਰੀ ਮੰਦਿਰ ਸਾਬਤ ਕਰਨ ਦਾ ਯਤਨ ਅੱਜ ਹੁਣ ਜ਼ੋਰਾਂ ਸ਼ੋਰਾਂ ਦੇ ਨਾਲ ਉਹ ਲਿਟਰੇਚਰ ਪੜ੍ਹਾਇਆ ਜਾ ਰਿਹਾ ਬੱਚਿਆਂ ਨੂੰ ਤੇ ਉਹ ਪ੍ਰਚਲਨ ਕਰਨ ਦਾ ਯਤਨ ਕੀਤਾ ਜਾ ਰਿਹਾ। ਅੰਗਰੇਜ਼ਾਂ ਨੇ ਗੋਲਡਨ ਟੈਂਪਲ ਨਾਂ ਦੇ ਦਿੱਤਾ ਕਿਉਂਕਿ ਉਸ ਪਾਵਨ ਦਰਬਾਰ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਚੜਾਇਆ ਤੇ ਉਹ ਸੋਨੇ ਦੇ ਪੱਤਰ ਚੜ੍ਹਨ ਕਰਕੇ ਉਹਨੂੰ ਗੋਲਡਨ ਟੈਂਪਲ ਮੰਦਿਰ ਨੂੰ ਕਹਿ ਦਿੰਦੇ ਨੇ। ਕਿਸੇ ਵੀ ਧਾਰਮਿਕ ਅਸਥਾਨ ਨੂੰ ਟੈਂਪਲ ਕਹਿੰਦੇ ਨੇ, ਤਾਂ ਉਹਨਾਂ ਨੇ ਆਪਣਾ ਅੰਗਰੇਜ਼ੀ ਦੇ ਵਿੱਚ ਨਾਮ ਗੋਲਡਨ ਟੈਂਪਲ ਦਿੱਤਾ। ਪਰ ਜੇ ਆਪਾਂ ਸਿਧਾਂਤਕ ਨਜ਼ਰੀਏ ਤੋਂ ਜੇ ਆਪਾਂ ਗੱਲ ਕਰੀਏ, ਨਾਂ ਹੈ ਸ੍ਰੀ ਦਰਬਾਰ ਸਾਹਿਬ। ਤਰਨਤਾਰਨ ਵੀ ਸ੍ਰੀ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਵੀ ਸ੍ਰੀ ਦਰਬਾਰ ਸਾਹਿਬ ਤੇ ਇੱਕ ਸ੍ਰੀ ਦਰਬਾਰ ਸਾਹਿਬ ਹੈ ਖਡੂਰ ਸਾਹਿਬ ਗੁਰਦੁਆਰਾ ਸਾਹਿਬ। ਇੱਕੋ ਏਰੀਏ ਦੇ ਵਿੱਚ ਇਹ ਤਿੰਨ ਦਰਬਾਰ ਸਾਹਿਬ ਹਨ। ਦਰਬਾਰ ਉਸ ਵੇਲੇ ਵੀ ਸਨ, ਦਰਬਾਰ ਅੱਜ ਵੀ ਹਨ। ਸ੍ਰੀ ਦਰਬਾਰ ਸਾਹਿਬ ਸਿਰਫ ਗੁਰੂ ਨਾਨਕ ਦੇ ਘਰ ਨੂੰ ਕਿਹਾ ਜਾਂਦਾ ਹੈ। ਦਰਬਾਰ ਰਾਜਿਆਂ ਮਹਾਰਾਜਿਆਂ ਦੇ ਹੁੰਦੇ ਨੇ, ਪਰ ਦਰਬਾਰ ਦੇ ਨਾਲ ਸਾਹਿਬ ਤੇ ਸਤਿਕਾਰ ਵਜੋਂ ਸ੍ਰੀ ਲਫ਼ਜ਼ ਸਿਰਫ ਗੁਰੂ ਨਾਨਕ ਦੇ ਘਰ ਵਿੱਚ ਲਾਇਆ ਜਾਂਦਾ ਹੈ। ਤੇ ਇਹ ਜਿਹੜਾ ਦਰਬਾਰ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਣਾਇਆ। ਉਸ ਵੇਲੇ ਦੇ ਦੁਨੀਆ ਦੇ ਕਿਸੇ ਵੀ ਰਾਜੇ ਦੇ ਕੋਲ ਇਦਾਂ ਦਾ ਦਰਬਾਰ ਨਹੀਂ ਸੀ ਜਿਹੜਾ ਦਰਬਾਰ ਗੁਰੂ ਅਰਜਨ ਸਾਹਿਬ ਨੇ ਬਣਾਇਆ। ਕਈਆਂ ਨੇ ਸਵਾਲ ਕੀਤੇ, ਮਹਾਰਾਜ ਇਹ ਦਰਬਾਰ ਪਾਣੀ ਦੇ ਵਿੱਚ ਹੀ ਕਿਉਂ ਬਣਾਇਆ ਜਾ ਰਿਹਾ? ਪਾਣੀ ਦੇ ਵਿੱਚ ਤੇ ਉਮਰ ਨਹੀਂ ਰਹਿੰਦੀ ਮਿੱਟੀ ਦੀ, ਇੱਟਾਂ ਦੀ। ਅੱਜ ਵੀ ਆਪਾਂ ਦੇਖਦੇ ਹਾਂ ਜਿੱਥੇ ਸਲਾਬ ਰਹਿੰਦੀ ਹੈ, ਥੋੜੇ ਸਮੇਂ ਦੇ ਵਿੱਚ ਨਾ ਇੱਟਾਂ ਨੂੰ ਉੱਲੀ ਜਿਹੀ ਲੱਗ ਜਾਂਦੀ ਹੈ, ਇੱਟਾਂ ਖੁਰਨੀਆਂ ਸ਼ੁਰੂ ਹੋ ਜਾਂਦੀਆਂ ਨੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਮਾਲ ਦੀ ਤਕਨੀਕ ਵਰਤੀ। ਇਸ ਪਵਿੱਤਰ ਕਾਰਜ ਵਾਸਤੇ ਈਰਾਨ ਤੋਂ ਇੰਜੀਨੀਅਰ ਮੰਗਵਾਏ ਗਏ ਔਰ ਸਪੈਸ਼ਲ ਚੂਨਾ, ਸਪੈਸ਼ਲ ਮਿੱਟੀ ਦੇ ਨਾਲ ਉਹ ਇੱਟਾਂ ਤਿਆਰ ਕੀਤੀਆਂ ਜਿਨ੍ਹਾਂ ਦੀ ਉਮਰ ਹਜ਼ਾਰਾਂ ਸਾਲ, ਜਿਹੜੇ ਪਾਣੀ ਦੇ ਵਿੱਚ ਖਰਾਬ ਨਹੀਂ ਹੋ ਸਕਦੀਆਂ। ਔਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਇਹ ਦਰਬਾਰ ਕਿਸੇ ਮਨੁੱਖ ਦਾ ਨਹੀਂ ਹੈ, ਇਹ ਦਰਬਾਰ ਅਕਾਲ ਪੁਰਖ ਵਾਹਿਗੁਰੂ ਦਾ ਹੈ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਰਬਾਰ ਹੈ। ਇਸ ਦਰਬਾਰ ਦੇ ਵਿੱਚ
ਉਸ ਵਾਹਿਗੁਰੂ ਦੀ ਉਮਤ ਦੇ ਵਿੱਚੋਂ ਕੋਈ ਵੀ ਆ ਸਕਦਾ ਹੈ। ਸ਼ਰਤ ਇਹ ਹੈ ਉਹਨੂੰ ਵਿਤਕਰੇ ਛੱਡ ਕੇ ਇੱਕੋ ਰਸਤੇ ਤੋਂ ਆਉਣਾ ਪਏਗਾ। ਉਹ ਚਾਰੇ ਪਾਸਿਆਂ ਤੋਂ, ਚਾਰੇ ਦਿਸ਼ਾਵਾਂ ਤੋਂ ਕਿਤੇੋਂ ਵੀ ਆ ਜਾਏ, ਉਹਦੇ ਰਾਹ ਵਾਸਤੇ ਕੋਈ ਪਾਬੰਦੀ ਨਹੀਂ ਹੋਏਗੀ, ਪਰ ਉਹਨੂੰ ਇੱਕ ਰਸਤੇ ਤੇ ਚੱਲ ਕੇ ਆਉਣਾ ਪਏਗਾ। ਇੱਕ ਰਸਤੇ ਤੇ ਉਸ ਵੇਲੇ ਚੱਲਦਾ ਕੋਈ ਵਿਰਲਾ ਸੀ। ਜਦੋਂ ਗੁਰੂ ਅਰਜਨ ਸਾਹਿਬ ਨੇ ਪੁਲ ਬਣਾਇਆ, ਜਦੋਂ ਗੁਰੂ ਅਰਜਨ ਸਾਹਿਬ ਨੇ ਸ੍ਰੀ ਦਰਬਾਰ ਸਾਹਿਬ ਬਣਾਇਆ, ਗੁਰੂ ਨਾਨਕ ਸਾਹਿਬ ਨੇ ਇਹ ਬਾਤ ਸ਼ੁਰੂ ਕੀਤੀ ਪੂਜਾ ਅਕਾਲ ਕੀ ਦੀ, ਉਦੋਂ ਪਹਿਲਾਂ ਤੇ ਰੱਬ ਦਾ ਨਾਂ ਹੀ ਲੋਕੀ ਭੁੱਲ ਚੁੱਕੇ ਸਨ। ਜਿਸ ਅਕਾਲ ਦਾ ਦਰਬਾਰ ਬਣਾਇਆ, ਉਸ ਅਕਾਲ ਦੀ ਗੱਲ, ਉਸ ਅਕਾਲ ਦਾ ਨਾਂ ਜਪਾਇਆ। ਧੰਨ ਗੁਰੂ ਨਾਨਕ ਸਾਹਿਬ ਨੇ, ਇਉਂ ਕਹਿ ਲਓ ਵੀ ਖੁਦ ਅਕਾਲ ਨੇ ਸਰੀਰਕ ਜਾਮਾ ਧਾਰਨ ਕਰਕੇ ਸੰਸਾਰ ਦੇ ਲੋਕਾਂ ਨੂੰ ਸਿੱਧੇ ਰਸਤੇ ਤੇ ਪਾਇਆ। ਸਰੀਰ ਦੀ ਪੂਜਾ ਨਹੀਂ ਕਰਾਈ। ਅੱਜ ਤੇ ਕਿਤੇ ਤੁਸੀਂ ਦੇਖ ਲਓ, ਹਾਹਾਕਾਰ ਮਚੀ ਪਈ, ਸਰੀਰਾਂ ਦੀ ਪੂਜਾ ਹੋ ਰਹੀ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਵੀ ਸਰੀਰਾਂ ਦੀ ਪੂਜਾ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਸਰੀਰ ਦੀ ਪੂਜਾ ਨਹੀਂ ਕਰਾਈ। ਗੁਰੂ ਨਾਨਕ ਸਾਹਿਬ ਨੇ ਧੰਨ ਨਿਰੰਕਾਰ ਕਿਹਾ। ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹੀਏ, ਜਦੋਂ ਜ਼ਾਰ ਵਾਲੀ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਨਾ, ਸਵਾਲ ਜਵਾਬ ਹੋਏ, ਵਲੀ ਕੰਧਾਰੀ ਆਪਾਂ ਕਹਿੰਦੇ, ਅਸਲ ਨਾਂ ਹੈ ਜ਼ਾਰ ਵਾਲੀ। ਜ਼ਾਰ ਵਾਲੀ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤੇ। ਉਹਨੇ ਕਿਹਾ ਤੁਸੀਂ ਕੌਣ ਹੋ? ਗੁਰੂ ਨਾਨਕ ਸਾਹਿਬ ਨੇ ਕਿਹਾ ਮੈਂ ਨਿਰੰਕਾਰੀ ਹਾਂ। ਉਹਨਾਂ ਨੇ ਕਿਹਾ ਤੁਸੀਂ ਨਿਰੰਕਾਰੀ, ਨਿਰੰਕਾਰੀ ਦਾ ਮਤਲਬ ਕੀ ਹੈ? ਉਹ ਸਵਾਲ ਲਿਖੇ ਨੇ ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚ। ਉਹਨੇ ਪੁੱਛਿਆ ਨਿਰੰਕਾਰੀ ਮਾਇਨੇ ਅਸਤ, ਇਹਦਾ ਮਤਲਬ ਕੀ ਹੈ? ਗੁਰੂ ਨਾਨਕ ਸਾਹਿਬ ਨੇ ਕਿਹਾ ਨਿਰੰਕਾਰ ਦਾ ਬੰਦਾ। ਤਾਂ ਜ਼ਾਰ ਵਾਲੀ ਨੇ ਸਵਾਲ ਕੀਤਾ ਤੁਸੀਂ ਨਿਰੰਕਾਰ ਨੂੰ ਪਾ ਲਿਆ? ਮਹਾਰਾਜ ਨੇ ਕਿਹਾ ਮੈਂ ਘਟ ਘਟ ਦੇ ਵਿੱਚੋਂ ਦੇਖਦਾ। ਉਹਨੇ ਪੁੱਛਿਆ, ਸਵਾਲ ਕੀਤਾ ਤੁਹਾਨੂੰ ਇਹ ਅਵਸਥਾ ਮਿਲੀ ਕਿੱਦਾਂ? ਤੇ ਮਹਾਰਾਜ ਨੇ ਕਿਹਾ ਨਿਮਰਤਾ ਦੇ ਨਾਲ, ਨਿਮਰਤਾ ਦੇ ਨਾਲ। ਤੇ ਇਹੀ ਗੱਲ ਗੁਰੂ ਅਰਜਨ ਸਾਹਿਬ ਨੇ ਕਹੀ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ। ਗਰੀਬੀ ਜਿਹੜੀ ਹੈ, ਨਿਮਰਤਾ, ਉਹ ਗੁਰੂ ਨਾਨਕ ਦੇ ਘਰ ਦਾ ਸਭ ਤੋਂ ਵੱਡਾ ਹਥਿਆਰ ਹੈ, ਜਿਹਦੇ ਨਾਲ ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਚੂਰ ਕੀਤੇ ਨੇ ਗੁਰੂ ਨਾਨਕ ਸਾਹਿਬ ਦੇ ਘਰ ਨੇ। ਅੱਜ ਵੀ ਹੋ ਰਹੇ ਨੇ। ਅੱਜ ਵੀ ਵੱਡੇ ਵੱਡੇ ਹੰਕਾਰੀ ਜਿਹੜੇ ਨੇ, ਉਹਨਾਂ ਨੂੰ ਇਸ ਨਿਮਰਤਾ ਦੇ ਹਥਿਆਰ ਦੇ ਕਾਰਨ ਝੁਕਣਾ ਪੈਂਦਾ ਹੈ। ਇਹਦੇ ਵਿੱਚ ਕੋਈ ਅਤ ਕਥਨੀ ਨਹੀਂ। ਤੁਸੀਂ ਹਰ ਥਾਂ ਤੇ ਦੇਖੋਗੇ, ਚਾਹੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ, ਕਿਉਂਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਕੋਈ ਹੰਕਾਰ ਦਾ ਦਿਖਾਵਾ ਨਹੀਂ, ਸਿਰਫ ਪਿਆਰ ਤੇ ਸਤਿਕਾਰ ਦਾ ਪ੍ਰਗਟਾਵਾ ਹੁੰਦਾ ਹੈ। ਬਾਹਰ ਬਣੇ ਭਾਵੇਂ ਕੋਈ ਜਿੱਦਾਂ ਮਰਜ਼ੀ ਵੱਡਾ ਨਾਡੂ ਖਾਂ ਬਣਿਆ ਫਿਰੇ, ਉਹਨੂੰ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਝੁਕਣਾ ਪੈਂਦਾ ਹੈ। ਉਹ ਆ ਕੇ ਨਮਸਕਾਰ ਕਰਦਾ ਹੈ ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ। ਜਦੋਂ ਇਹ ਸੰਸਾਰ ਦੀ ਮਹਾਨ ਦੇਣ ਜਿਹੜੀ ਗੁਰੂ ਅਰਜਨ ਸਾਹਿਬ ਨੇ ਸੰਸਾਰ ਨੂੰ ਦਿੱਤੀ, ਦਰਬਾਰ ਸਾਹਿਬ ਤਿਆਰ ਹੋਇਆ। ਅੱਜ ਦੇਖੋ ਪੂਰੀ ਦੁਨੀਆ ਦੇ ਵਿੱਚ ਜੇ ਸਾਡਾ ਕੇਂਦਰੀ ਸਥਾਨ ਹੈ, ਜੇ ਖਿੱਚ ਦਾ ਕੇਂਦਰ ਹੈ, ਜੇ ਲੋਕਾਂ ਨੂੰ ਪਤਾ ਹੈ, ਤੇ ਉਹ ਭਾਵੇਂ ਕੋਈ ਗੋਲਡਨ ਟੈਂਪਲ ਕਵੇ, ਭਾਵੇਂ ਕੋਈ ਹਰਿਮੰਦਰ ਸਾਹਿਬ ਕਵੇ, ਪੂਰੀ ਦੁਨੀਆ ਦੇ ਵਿੱਚੋਂ ਇੱਕੋ ਇੱਕ ਐਸਾ ਮਹਾਨ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ। ਇੱਕੋ ਇੱਕ ਐਸਾ ਮਹਾਨ ਦਰਬਾਰ ਹੈ ਜਿਸ ਦਰਬਾਰ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਆ ਕੇ ਲੋਕ ਝੁਕਦੇ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਸ ਦੇਣ ਦੇ ਅੱਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਹੜੀ ਸੰਸਾਰ ਦੇ ਲੋਕਾਂ ਨੂੰ ਦੂਜੀ ਦੇਣ ਦਿੱਤੀ ਤੇ ਉਹਦੇ ਨਾਲ ਗਾਰੰਟੀ ਦਿੱਤੀ। ਅੱਜ ਆਪਾਂ ਕੋਈ ਵੀ ਛੋਟਾ ਮੋਟਾ ਪ੍ਰੋਡਕਟ ਲੈਣ ਜਾਈਏ ਨਾ, ਤੇ ਨਾਲ ਰਿਟਨ ਵਾਰੰਟੀ ਕਾਰਡ ਲੱਭਦੇ ਹੋ, ਇਹਦੇ ਗਾਰੰਟੀ ਕੀ ਹੈ ਜੀ, ਤੇ ਕੰਪਨੀਆਂ ਨਾਲ ਗਾਰੰਟੀ ਕਾਰਡ ਦਿੰਦੀਆਂ ਨੇ। ਉਹਨੂੰ ਫਿਰ ਡੀਲਰ ਭਰ ਕੇ ਸਾਡੇ ਹੱਥ 'ਚ ਫੜਾਉਂਦਾ ਹੈ, ਤੇ ਕਿਸੇ ਦੀ 1 ਸਾਲ, ਕਿਸੇ ਦੀ 2 ਸਾਲ ਵਾਰੰਟੀ ਹੋਏਗੀ। ਗਾਰੰਟੀ ਕੋਈ ਨਹੀਂ ਦਿੰਦਾ, ਗਾਰੰਟੀ ਕੋਈ ਨਹੀਂ ਦਿੰਦਾ, ਸਿਰਫ ਵਾਰੰਟੀ ਦਿੱਤੀ ਜਾਂਦੀ ਹੈ। ਤੇ ਗੁਰੂ ਅਰਜਨ ਸਾਹਿਬ ਨੇ ਗਾਰੰਟੀ ਦਿੱਤੀ ਹੈ, ਉਹ ਵੀ ਸਦੀਵ ਕਾਲ ਦੇ ਵਿੱਚ, ਉਹ ਵੀ ਲਿਖਤੀ ਰੂਪ ਦੇ ਵਿੱਚ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪਾਵਨ ਆਦਿ ਬੀੜ ਦੀ ਸੰਪਾਦਨਾ ਕਰਵਾਈ ਨਾ, ਤੇ ਫਿਰ ਅਖੀਰ ਦੇ ਵਿੱਚ ਉਹਨਾਂ ਨੇ ਮੁੰਦਾਵਣੀ ਵਾਲਾ ਸ਼ਬਦ ਲਿਖਿਆ। ਇਹ ਮੁੰਦਾਵਣੀ ਜਿਹੜੀ ਹੈ ਗੁਰੂ ਅਰਜਨ ਸਾਹਿਬ ਦੀ ਗਾਰੰਟੀ ਹੈ। ਆਪਾਂ ਇੱਥੇ ਆ ਕੇ ਸਮਾਪਤੀ ਕਰਨੀ ਹੈ। ਇਹ ਗ੍ਰੰਥ ਬਣਾਉਣ ਦੀ ਲੋੜ ਕਿਉਂ ਪਈ? ਸੰਸਾਰ ਦੀ ਮਹਾਨ ਦੇਣ, ਸੰਸਾਰ ਨੂੰ ਮਹਾਨ ਦੇਣ, ਤੇ ਸਿੱਖ ਕੌਮ ਦੀ ਸਦੀਵੀ ਅਗਵਾਈ ਤੇ ਚੜ੍ਹਦੀ ਕਲਾ ਵਾਸਤੇ ਜਿਹੜਾ ਕਾਰਜ ਗੁਰੂ ਅਰਜਨ ਸਾਹਿਬ ਕਰ ਗਏ, ਜੇ ਉਹ ਨਾ ਕਰਦੇ
ਤੇ ਅੱਜ ਸ਼ਾਇਦ ਸਾਡੀ ਹੋਂਦ ਹੀ ਨਾ ਹੁੰਦੀ। ਅੱਜ ਅਜੇ ਪੂਰੀ ਕੌਮ ਦੇ ਵਿੱਚ ਵੱਖ-ਵੱਖ ਧੜੇ ਨੇ। ਵੇਖੋ, ਇੱਕ ਘਰ ਦੇ ਵਿੱਚ 4 ਜੀ ਹੋਣ ਤੇ ਉਹਨਾਂ ਦੇ ਵਿਚਾਰ ਨਹੀਂ ਰਲਦੇ। 4 ਜੀ ਹੋਣ ਨਾ ਘਰ ਦੇ ਵਿੱਚ, ਚਾਰਾਂ ਦੇ ਵਿਚਾਰਾਂ ਦੇ ਵਿੱਚ ਥੋੜਾ ਬਹੁਤਾ ਵਖਰੇਵਾਂ ਹੁੰਦਾ। ਅੱਜ ਸੰਪਰਦਾਵਾਂ ਨੇ, ਮਿਸ਼ਨਰੀ ਕਾਲਜ ਨੇ, ਸਿੰਘ ਸਭਾਵਾਂ ਨੇ, ਬੇਅੰਤ ਜਥੇਬੰਦੀਆਂ ਨੇ, ਪਰ ਜੇ ਕਿਤੇ ਆ ਕੇ ਸੀਸ ਝੁਕਦਾ ਹੈ, ਜੇ ਸਾਂਝੀ ਗੱਲ ਹੁੰਦੀ ਤੇ ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਆਪਣੀ ਆਪਣੀ ਬੁੱਧੀ ਦੇ ਮੁਤਾਬਕ ਸਾਰੇ ਲੈਣ ਦਾ ਯਤਨ ਕਰਦੇ। ਜੇ ਗੁਰੂ ਗ੍ਰੰਥ ਸਾਹਿਬ ਨਾ ਹੁੰਦੇ, ਇਹੋ ਜਿਹੀ ਖਾਨਾ ਜੰਗੀ ਹੁੰਦੀ, ਅੱਜ ਤੱਕ ਕੌਮ ਖਤਮ ਹੋ ਚੁੱਕੀ ਹੁੰਦੀ। ਜਿੱਦਾਂ ਦੀ ਸਾਡੀ ਲੜਾਕੀ ਕੌਮ ਹੈ, ਜਿੱਦਾਂ ਦਾ ਜਜ਼ਬਾ ਸਾਡੇ ਅੰਦਰ ਗੁਰੂ ਸਾਹਿਬ ਨੇ ਭਰਿਆ ਹੈ। ਖੈਰ, ਗੁਰੂ ਅਰਜਨ ਸਾਹਿਬ ਨੂੰ ਇਹ ਕਦਮ ਚੁੱਕਣ ਦੀ ਲੋੜ ਕਿਉਂ ਪਈ? ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹੈ। ਇਤਿਹਾਸ ਦੇ ਵਿੱਚ ਤੇ ਬਹੁਤ ਕੁਝ ਲਿਖਿਆ ਹੋਏਗਾ, ਇਤਿਹਾਸ ਬੰਦਿਆਂ ਨੇ ਲਿਖਿਆ ਹੈ। ਅਸੀਂ ਇਸ਼ਾਰੇ ਮਾਤਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੁਝ ਸਮਝਣ ਦਾ ਯਤਨ ਕਰਾਂਗੇ, ਕਿਉਂ ਇਹ ਉਦਮ ਕਰਨਾ ਪਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਇਸ਼ਾਰਾ ਕਰਦੇ ਨੇ ਆਨੰਦ ਸਾਹਿਬ ਦੇ ਵਿੱਚ। ਦੇਖੋ, ਕੋਈ ਵੀ ਕਿੰਨੀ ਵੀ ਕੀਮਤੀ ਚੀਜ਼ ਕਿਉਂ ਨਾ ਹੋਵੇ, ਉਹਨੂੰ ਜੇ ਸਾਂਭ ਕੇ ਨਾ ਰੱਖੀਏ ਤੇ ਉਹ ਸਾਂਭੀ ਨਹੀਂ ਰਹਿੰਦੀ। ਤੇ ਗੁਰਬਾਣੀ ਇੰਨੀ ਕੀਮਤੀ ਵਸਤੂ ਸੀ, ਇਹਨੂੰ ਚੋਰੀ ਕਰਨ ਵਾਲੇ ਚੋਰ ਬਹੁਤੇ ਸਨ। ਇਹਨੂੰ ਹਥਿਆਰ ਲੈਣ ਵਾਸਤੇ ਬੜੇ ਯਤਨ ਕੀਤੇ ਗਏ। ਜਦੋਂ ਬੀੜ ਬੰਨ ਲਈ ਨਾ, ਤੇ ਉਦੋਂ ਬੀੜ ਨੂੰ ਵੀ ਅਗਵਾ ਕਰਨ ਦਾ ਯਤਨ ਕੀਤਾ ਧੀਰ ਮਾਰਨ ਨੇ। ਤੇ ਬੀੜ ਮੇਰੇ ਕੋਲ ਹੋਊ ਤੇ ਲੋਕਾਂ ਨੇ ਇੱਥੇ ਹੀ ਆਉਣਾ। ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਅੱਜ ਤੱਕ ਉਹ ਬੀੜ ਧੀਰ ਮੱਲੀਆਂ ਦੇ ਖਾਨਦਾਨ ਦੇ ਕੋਲ ਕਹੀ ਜਾਂਦੀ। ਖੈਰ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਾ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪੈ ਰਵਾਣੀ। ਜਿੱਥੇ ਪੌੜੀ ਉਚਾਰਨ ਕੀਤੀ, ਇਸ਼ਾਰਾ ਕੀਤਾ, ਸੁਚੇਤ ਕੀਤਾ ਕਿ ਸੱਚੀ ਬਾਣੀ ਪੜ੍ਹਨੀ ਹੈ। ਇਹਦਾ ਮਤਲਬ ਉਦੋਂ ਕੱਚੀ ਬਾਣੀ ਪ੍ਰਚਲਿਤ ਹੋ ਚੁੱਕੀ ਸੀ। ਤੇ ਅਗਲੀ ਪੌੜੀ 'ਚ ਨਾਲ ਹੀ ਸੁਚੇਤ ਕੀਤਾ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਮਹਾਰਾਜ ਨੇ ਸੁਚੇਤ ਕੀਤਾ, ਗੁਰੂ ਦੀ ਬਾਣੀ ਤੋਂ ਬਿਨਾ ਜੇ ਕੋਈ ਗੁਰੂ ਦੀ ਬਾਣੀ ਦੀ ਨਕਲ ਕਰਕੇ ਤੁਹਾਡੇ ਅੱਗੇ ਕੋਈ ਕੱਚੀ ਕਵਿਤਾ ਰੱਖੇ ਨਾ, ਉਹ ਸੱਚੀ ਬਾਣੀ ਦੇ ਬਰਾਬਰ ਨਹੀਂ ਹੋ ਸਕਦੀ। ਸਗੋਂ ਇੱਥੋਂ ਤੱਕ ਗੁਰੂ ਨੇ ਫਤਵਾ ਦੇ ਦਿੱਤਾ, ਜੇ ਕੋਈ ਨੀਅਤ ਗੁਰੂ ਦੀ ਬਰਾਬਰੀ ਦੀ ਹੈ, ਇੱਥੇ ਰੱਖਿਓ, ਜੇ ਨੀਅਤ ਗੁਰੂ ਦੀ ਬਰਾਬਰੀ ਦੀ ਹੈ ਤੇ ਫਿਰ ਕਹਿੰਦੇ ਕੱਚੇ ਤੇ ਸੁਣਦੇ ਕੱਚੇ। ਕਹਿਣ ਵਾਲੇ ਵੀ, ਪੜ੍ਹਨ ਵਾਲੇ ਵੀ ਤੇ ਸੁਣਨ ਵਾਲੇ ਵੀ ਕੱਚੇ ਹੈ, ਉਹਨਾਂ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਲਿਖਿਆ, ਜਿੱਥੋਂ ਸਾਨੂੰ ਇਸ਼ਾਰਾ ਮਿਲਦਾ ਹੈ ਕਿ ਸ਼ਰਾਰਤਾਂ ਸ਼ੁਰੂ ਹੋ ਚੁੱਕੀਆਂ ਸਨ। ਦੇਖੋ, ਇਹ ਦੋ ਕੌਮਾਂ ਨੇ ਜਿਨ੍ਹਾਂ ਨੇ ਇਹ ਸ਼ੁਰੂ ਤੋਂ ਨੀਤੀ ਅਪਣਾਈ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ 'ਚ ਜਜ਼ਬ ਕਰ ਲੈਣਾ। ਤੇ ਜੇ ਹੁਣ ਚਰਚ ਵਾਲੇ ਵੀ ਬੜੇ ਸਰਗਰਮ ਨੇ, ਪਰ ਉਸ ਵੇਲੇ ਇੱਕ ਹਿੰਦੂ ਮਤ ਤੇ ਇੱਕ ਇਸਲਾਮ, ਦੋਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਕਿ ਅਸੀਂ ਪੂਰੀ ਦੁਨੀਆ ਨੂੰ ਆਪਣੇ 'ਚ ਜਜ਼ਬ ਕਰ ਲੈਣਾ। ਅੱਜ ਵੀ ਹਿੰਦੂ ਰਾਸ਼ਟਰ, ਇਹ ਟਾਰਗੇਟ ਅੱਜ ਦਾ ਨਹੀਂ, ਸਦੀਆਂ ਪੁਰਾਣਾ ਟਾਰਗੇਟ ਹੈ, ਨਾ ਪੂਰਾ ਹੋਇਆ ਤੇ ਨਾ ਹੋਣਾ। ਹਿੰਦੂ ਰਾਸ਼ਟਰ ਦੀ ਗੱਲ ਅੱਜ ਵੀ ਕੀਤੀ ਜਾਂਦੀ ਹੈ। ਤੇ ਉਸ ਵਕਤ ਜਦੋਂ ਤੁਸੀਂ ਆਪ ਅੰਦਾਜ਼ਾ ਲਾਓ, 6 ਕਰੋੜ ਦੇ ਵਿੱਚੋਂ 3 ਕਰੋੜ, ਅੱਧੀ ਆਬਾਦੀ ਜਿਸ ਦਰਬਾਰ ਦੇ ਵਿੱਚ ਝੁਕਦੀ ਹੋਵੇ, ਉਹਨੇ ਟਾਰਗੇਟ ਤੇ ਹੋਣਾ ਹੀ ਸੀ। ਦੋਨੇ ਕੌਮਾਂ ਦਾ ਸਾਂਝਾ ਟਾਰਗੇਟ ਬਣਿਆ ਸਿੱਖ ਧਰਮ, ਔਰ ਇਹਨੂੰ ਖਤਮ ਕਰਨ ਵਾਸਤੇ ਦੋਨਾਂ ਨੇ ਜ਼ੋਰ ਲਾਇਆ। ਔਰ ਖਾਸ ਤੌਰ ਤੇ ਜਿਹੜਾ ਬ੍ਰਾਹਮਣਿਜ਼ਮ ਸੀ, ਉਹਨੇ ਨਾਲ ਦੀ ਨਾਲ ਬੰਦੇ ਵੀ ਖਰੀਦਣੇ ਸ਼ੁਰੂ ਕੀਤੇ। ਤੇ ਉਹ ਪਹਿਲੀ ਪਾਤਸ਼ਾਹੀ ਦੇ ਵੇਲੇ ਤੋਂ ਹੀ ਖਰੀਦਣੇ ਸ਼ੁਰੂ ਹੋ ਗਏ ਸੀ, ਜਿਨ੍ਹਾਂ ਨੇ ਸਹਿਜੇ ਨਾਲ ਦੀ ਨਾਲ ਕੱਚੀਆਂ ਕਵਿਤਾਵਾਂ ਤੇ ਆਪਣੇ ਮਤ ਵੀ ਨਾਲ ਦੀ ਨਾਲ ਚਲਾਏ। ਮੈਂ ਬਹੁਤਾ ਇਸ ਪਾਸੇ ਨਹੀਂ ਜਾਣਾ ਚਾਹੁੰਦਾ। ਉਹਨਾਂ ਨੇ ਆਪਣੇ ਨਾਲ ਮਤ, ਗੁਰੂ ਨਾਨਕ ਸਾਹਿਬ ਦੇ ਨਾਲ ਬਰਾਬਰ ਮਤ ਚਲਾਇਆ, ਖਰੀਦੇ ਗਏ ਬੰਦੇ ਘਰ ਦੇ ਵਿੱਚੋਂ ਹੀ। ਫਿਰ ਗੁਰੂ ਰਾਮਦਾਸ ਜੀ ਨੇ ਇਸ਼ਾਰਾ ਕੀਤਾ। ਮਹਾਰਾਜ ਕਹਿੰਦੇ, ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ, ਸੇ ਕੂੜਿਆਰ ਕੂੜੇ ਝੜ ਪੜੀਐ, ਗੁਰੂ ਬਾਣੀ ਉਚਾਰਦਾ। ਤੇ ਗੁਰੂ ਦੀ ਰੀਸੇ ਜਿਹੜੀ ਕੱਚ ਵਿੱਚ ਬੋਲਣ ਦੀ ਗੱਲ ਹੁੰਦੀ ਹੈ ਨਾ, ਜੇ ਹੁੰਦੀ ਸੀ, ਤੇ ਇਹਦਾ ਮਤਲਬ ਗੁਰੂ ਰਾਮਦਾਸ ਜੀ ਸਾਨੂੰ ਸਮਝਾ ਰਹੇ ਨੇ, ਭਾਈ ਘਬਰਾਓ ਨਾ,
ਜਿਹੜੇ ਗੁਰੂ ਦੀ ਰੀਸ ਕਰਕੇ ਕੱਚ ਪਿੱਚ ਬੋਲ ਰਹੇ ਨੇ, ਜਿਹੜੇ ਆਪਣੇ ਕੋਲੋਂ ਕੱਚੀਆਂ ਕਵਿਤਾਵਾਂ ਲਿਖ ਰਹੇ ਨੇ, ਇਹ ਝੂਠੇ ਨੇ ਤੇ ਇਹਨਾਂ ਨੇ ਝੜ ਜਾਣਾ। ਇਹਨਾਂ ਦੀ ਕੋਈ ਮਹਿਮਾ ਨਹੀਂ ਕਿਸੇ ਨੇ ਗਾਉਣੀ, ਇਹਨਾਂ ਨੂੰ ਲਾਹਨਤਾਂ ਪੈਣੀਆਂ ਨੇ। ਮਹਿਮਾ ਗੁਰੂ ਨਾਨਕ ਦੇ ਘਰ ਦੀ ਹੋਣੀ ਹੈ ਤੇ ਉਹ ਅੱਜ ਵੀ ਹੋ ਰਹੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਏਡਾ ਵੱਡਾ ਮਹਾਨ ਕਾਰਜ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਆਪਣੇ ਸਮੇਤ ਪਹਿਲੀਆਂ 4 ਪਾਤਸ਼ਾਹੀਆਂ ਤੇ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਆਪਣੀ ਬਾਣੀ ਤੇ ਉਹਦੇ ਨਾਲ 11 ਭੱਟ, 15 ਭਗਤਾਂ ਤੇ 3 ਗੁਰਸਿੱਖਾਂ ਦੀ ਟੋਟਲ 35 ਮਹਾਂਪੁਰਸ਼ਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਇਸ ਤਰੀਕੇ ਦੇ ਨਾਲ ਸੰਪਾਦਨਾ ਕਰਵਾਈ ਕਿ ਅੱਜ ਤੱਕ ਉਹਦੇ ਵਿੱਚ ਕੋਈ ਮਿਲਾਵਟ ਨਾ ਕਰ ਸਕਿਆ ਤੇ ਨਾ ਕਰ ਸਕੇਗਾ। ਯਤਨ ਹੋ ਰਹੇ ਨੇ, ਹੁਣ ਵੀ ਹੋ ਰਹੇ ਨੇ, ਹੁਣ ਵੀ ਇਹ ਰੌਲਾ ਪਿਆ ਹੋਇਆ, ਜਿਹੜੀ PDF ਦਾ ਰੌਲਾ ਪਿਆ ਹੈ, ਉਹ ਇਸੇ ਤਰ੍ਹਾਂ ਦੇ ਯਤਨ ਮਿਲਾਵਟ ਕਰਦੇ ਪਰ ਕੋਈ ਕਰ ਨਹੀਂ ਸਕੇਗਾ। ਇਸ ਤਰੀਕੇ ਦੇ ਨਾਲ ਮਹਾਰਾਜ ਨੇ ਕੋਡਿੰਗ ਕੀਤੀ ਹੈ। ਮੈਂ ਕਿਸੇ ਵਿਦਵਾਨ ਨੂੰ ਸੁਣ ਰਿਹਾ ਸਾਂ, ਇੱਕ ਗੁਰਬਾਣੀ ਸਰਚ ਇੰਜਨ ਬਣਾਇਆ ਗਿਆ, ਸਿੰਗਾਪੁਰ ਦੇ ਇੱਕ ਸਿੰਘ ਨੇ ਬਣਾਇਆ, ਤੇ ਉਹ ਵਿਦਵਾਨ ਨੇ ਉਸ ਆਪਣੇ ਮਿੱਤਰ ਨੂੰ ਪੁੱਛਿਆ, ਉਸ ਸੌਫਟਵੇਅਰ ਇੰਜੀਨੀਅਰ ਨੂੰ, ਕਿ ਤੁਹਾਨੂੰ ਦਿੱਕਤ ਤਾਂ ਬੜੀ ਆਈ ਹੋਊਗੀ, ਬੜਾ ਔਖਾ ਕਾਰਜ ਹੈ, ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਇੱਕ ਸੌਫਟਵੇਅਰ ਦੇ ਵਿੱਚ ਤੁਸੀਂ ਭਰਨ ਦਾ ਯਤਨ ਕੀਤਾ ਹੈ। ਉਹ ਕਹਿੰਦਾ ਨਹੀਂ, ਸਾਨੂੰ ਤੇ ਕੰਮ ਹੀ 10% ਕਰਨਾ ਪਿਆ, ਕੰਮ ਤੇ 90% ਗੁਰੂ ਅਰਜਨ ਸਾਹਿਬ ਹੀ ਕਰ ਗਏ। ਕਹਿੰਦੇ ਜਦੋਂ ਅਸੀਂ ਸੌਫਟਵੇਅਰ ਤਿਆਰ ਕੀਤਾ ਤੇ ਉਹ ਇਸ ਤਰੀਕੇ ਦੇ ਨਾਲ, ਕਹਿੰਦੇ ਜਿਹੜੀ ਭਾਸ਼ਾ ਦਾ ਇਸਤੇਮਾਲ ਅਸੀਂ ਕਰਨਾ ਸੀ, ਕੋਡਿੰਗ ਕਰਨੀ ਸੀ, ਉਹ ਇਸ ਤਰੀਕੇ ਦੇ ਨਾਲ ਪਹਿਲਾਂ ਹੀ ਗੁਰੂ ਅਰਜਨ ਸਾਹਿਬ ਨੇ ਕੀਤੀ ਹੈ ਕਿ ਸਾਨੂੰ ਕੋਈ ਦਿੱਕਤ ਨਹੀਂ ਆਈ। ਉਹ ਸਾਨੂੰ ਤੇ ਇੰਜ ਲੱਗਿਆ ਕਿ ਇਹ ਸੌਫਟਵੇਅਰ ਵੀ ਗੁਰੂ ਅਰਜਨ ਸਾਹਿਬ ਨੇ ਆਪ ਵਿੱਚ ਵਰਤ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਸਾਰ ਬਣਾਇਆ। ਇਸ ਤਰੀਕੇ ਦੇ ਨਾਲ ਕੋਡਿੰਗ ਕੀਤੀ, ਇੱਕ ਇੱਕ ਸ਼ਬਦ ਉਹਦੇ ਵਿੱਚ ਪੌੜੀਆਂ ਦੀ ਗਿਣਤੀ ਨਾਲ ਦੀ ਨਾਲ ਮਹਾਰਾਜ ਨੇ ਲਿਖੀ। ਇਹੋ ਜਿਹੇ ਤਰੀਕੇ ਦੇ ਨਾਲ ਸੰਪਾਦਨਾ ਕਰਾਈ। ਤੁਸੀਂ ਅੱਜ ਕਿਤੇ ਗੂਗਲ ਕਰਕੇ ਦੇਖਿਓ, ਸਰਚ ਕਰਕੇ ਦੇਖਿਓ, ਯੂਰਪੀਅਨ ਵੀ ਇਹ ਮੰਨਦੇ ਨੇ ਕਿ ਸਾਨੂੰ ਇਹ ਦੇਣ ਜਿਹੜੀ ਹੈ, ਸੰਸਾਰ ਨੂੰ ਇਹ ਦੇਣ, ਸੰਪਾਦਨਾ ਵਾਲੀ ਦੇਣ ਵੀ ਇਸ ਤਰੀਕੇ ਦੇ ਨਾਲ ਵੀ ਸੰਪਾਦਨ ਹੋ ਸਕਦੀ, ਗੁਰੂ ਅਰਜਨ ਸਾਹਿਬ ਨੇ ਦਿੱਤੀ। ਉਦੋਂ ਪਹਿਲਾਂ ਇਸ ਤਰ੍ਹਾਂ ਲਿਟਰੇਚਰ ਨਹੀਂ ਸਾਂਭਿਆ ਜਾਂਦਾ ਸੀ। ਤੁਸੀਂ ਦੇਖੋ ਅੱਜ ਵੀ ਕਿਤੇ 4-5 ਬੰਦੇ ਵੀ ਹੋਣ ਭਾਵੇਂ ਮਿਲ ਕੇ ਇੱਕ ਕਿਤਾਬ ਲਿਖਣ ਨਾ, ਤੇ ਉਹਦਾ ਇੱਕ ਸੰਪਾਦਕ ਤੇ ਹੋਊਗਾ ਜੇ 4-5 ਬੰਦਿਆਂ ਦੀ ਸਮੱਗਰੀ ਉਹਦੇ ਵਿੱਚ ਹੈ, ਤੇ ਉਹਨਾਂ ਦਾ ਵੀ ਗਿਲਾ ਹੁੰਦਾ ਹੈ ਕਿ ਮੈਨੂੰ ਗਲਤ ਥਾਂ ਤੇ ਰੱਖਿਆ, ਮੇਰੀ ਥਾਂ ਆਹ ਬਣਦੀ ਸੀ, ਫਲਾਣੇ ਨੂੰ ਇਸ ਥਾਂ ਤੇ ਰੱਖਿਆ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਮਹਾਂਪੁਰਸ਼ਾਂ ਨੂੰ ਥਾਂ ਪਰ ਥਾਂ ਗੁਰੂ ਅਰਜਨ ਸਾਹਿਬ ਨੇ ਇਸ ਤਰੀਕੇ ਦੇ ਨਾਲ ਰੱਖਿਆ। ਅੱਜ ਤੱਕ ਕਿਸੇ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਸ ਰਚਨਾ ਦੇ ਉੱਤੇ ਉਂਗਲ ਨਹੀਂ ਚੱਕੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਕਮਾਲ ਦੀ ਮਹਾਨ ਦੇਣ ਹੈ ਸੱਚੇ ਪਾਤਸ਼ਾਹ ਜੀ ਦੀ। ਦੇਖੋ ਇੰਨੀ ਅਥੈਂਟਿਕ ਹੈ, ਇਹਦੇ ਵਿੱਚ ਕੋਈ ਮਿਲਾਵਟ ਨਹੀਂ ਕਰ ਸਕਦਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਕਾਰਜ ਕਰ ਦਿੱਤਾ, ਜੇ ਨਾ ਕੀਤਾ ਹੁੰਦਾ ਤੇ ਇਕੱਲੇ ਸਿੱਖ ਕੌਮ ਹੀ ਨਹੀਂ, ਜਿਹੜੇ 35 ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਨਾ, ਉਹਨਾਂ ਵਿੱਚੋਂ ਜਿਹੜੇ 11 ਭੱਟ ਤੇ 15 ਭਗਤ ਨੇ ਖਾਸ ਤੌਰ ਤੇ, ਜੇ ਉਹਨਾਂ ਦੀ ਕਮਿਊਨਿਟੀ, ਵੈਸੇ ਤੇ ਕਮਿਊਨਿਟੀ ਸਾਡੀ ਇੱਕੋ ਹੀ ਹੈ ਸਾਰਿਆਂ ਦੀ, ਇਨਸਾਨੀਅਤ, ਸੱਚੇ ਪਾਤਸ਼ਾਹ ਨੇ ਜਦੋਂ ਇੱਕ ਥਾਂ ਤੇ ਇਕੱਠੇ ਕਰਤੇ, ਉਹ ਸਾਡੇ ਭਾਈ ਨੇ, ਤੇ ਜੇ ਉਹਨਾਂ ਨੇ ਵੀ ਉਹਨਾਂ ਦੀ ਅਥੈਂਟਿਕ ਰਚਨਾ ਲੱਭਣੀ ਹੁੰਦੀ ਤੇ ਉਹਨਾਂ ਨੂੰ ਵੀ ਕਿਤੇ ਨਾ ਮਿਲਦਾ। ਇਹਦਾ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੂੰਗਾ। 2004 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ, ਤੇ ਉਸ ਵੇਲੇ ਸਾਡੀ ਸਭ ਤੋਂ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਵਿਦਵਾਨ ਨੇ ਇਹ ਸੁਝਾਅ ਦਿੱਤਾ ਕਿ ਜੇ ਤੁਸੀਂ ਦੁਨੀਆ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ, ਤੇ ਉੱਥੇ ਜਿੱਥੇ ਤੁਸੀਂ ਹੋਰ ਮਹਾਨ ਕਾਰਜ ਕਰਨੇ ਆ, ਖੋਜ ਕਾਰਜ ਕਰਨੇ ਚਾਹੀਦੇ, ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਇਹਦੇ ਉਲਥਾ ਹੋਣਾ ਚਾਹੀਦਾ ਹੈ, ਉੱਥੇ ਇੱਕ ਕੰਮ ਕਰ ਲਓ, ਜਿੰਨੇ ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਹ ਜਿੱਥੋਂ ਜਿੱਥੋਂ ਰਹਿਣ ਵਾਲੇ ਨੇ ਉੱਥੋਂ ਇੱਕ ਇੱਕ ਨਗਰ ਕੀਰਤਨ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਣਾ ਚਾਹੀਦਾ, ਤਾਂ ਕਿ ਉਹਨਾਂ ਦੇ ਜਿਹੜੇ ਮੌਜੂਦਾ ਮੰਨਣ ਵਾਲੇ ਨੇ, ਕਿਉਂਕਿ ਜੇ ਭਗਤ ਨਾਮਦੇਵ ਜੀ ਦੀ ਗੱਲ ਕਰੀਏ ਤੇ ਉਹ ਉਸੇ ਸਮੇਂ ਤੋਂ ਬਾਅਦ ਵਿੱਚ ਉਹਨਾਂ ਦੀਆਂ ਯਾਦਗਾਰਾਂ ਵੀ ਬਣੀਆਂ ਨੇ, ਉਹਨਾਂ ਨੂੰ ਮੰਨਣ ਵਾਲਿਆਂ ਦੀ ਗਿਣਤੀ ਵੀ ਬਹੁਤ ਹੈ।
ਤੇ ਉਹਨਾਂ ਨੂੰ ਇਹਦੇ ਇਸੇ ਤਰ੍ਹਾਂ ਸਾਰੇ ਭਗਤਾਂ ਦੇ ਜਿਹੜੇ ਮੰਨਣ ਵਾਲੇ ਨੇ, ਜਿੱਥੇ ਉਹਨਾਂ ਦੇ ਜਨਮ ਸਥਾਨ ਨੇ ਜਾਂ ਜਿੱਥੇ ਉਹ ਰਹੇ ਨੇ, ਉੱਥੇ ਉਹਨਾਂ ਦੇ ਕੁਝ ਲੋਕ ਐਸੇ ਨੇ ਜਿਹੜੇ ਉਹਨਾਂ ਨੂੰ ਵੱਡਦੇ ਨੇ, ਉਹਨਾਂ ਨੂੰ ਆਪਣਾ ਸਾਰਾ ਕੁਝ ਮੰਨ ਕੇ ਉਹਨਾਂ ਨੂੰ ਸਮਰਪਿਤ ਹੁੰਦੇ ਨੇ। ਇਹ ਵੱਖਰੀ ਗੱਲ ਹੈ ਕਿ ਉਹ ਸਿੱਖਿਆਵਾਂ ਤੋਂ ਦੂਰ ਨੇ ਤੇ ਉਹਨਾਂ ਨੂੰ ਪਤਾ ਲੱਗੇ ਵੀ ਉਹਨਾਂ ਨੂੰ ਜੇ ਅਸਲ ਪ੍ਰਾਪਤੀ ਜੇ ਉਹਨਾਂ ਨੇ ਕਰਨੀ ਹੈ, ਆਪਣੇ ਰਹਿਬਰਾਂ ਦੀ ਅਸਲ ਸਿੱਖਿਆ ਨੂੰ ਕਿਤੋਂ ਲੈਣਾ ਤੇ ਉਹ ਕਿੱਥੋਂ ਮਿਲਣੀ। ਇਹ ਉਹ ਇੱਕ ਉਦੋਂ ਕਮੇਟੀ ਬਣਾਈ ਗਈ ਇਸ ਕੰਮ ਵਾਸਤੇ, ਔਰ ਕਮੇਟੀ ਜਿਹੜੀ ਸੀ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਨੇ ਮਿਲ ਕੇ ਬਣਾਈ। ਅੱਜ ਸ਼੍ਰੋਮਣੀ ਕਮੇਟੀ ਨੂੰ ਆਪਾਂ ਗਾਲਾਂ ਤਾਂ ਬਹੁਤ ਕੱਢਦੇ ਨੇ, ਪਰ ਪਿਛਲੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਨੇ ਕੰਮ ਵੀ ਬਹੁਤ ਕੀਤੇ ਨੇ, ਬਹੁਤ ਵੱਡੇ ਵੱਡੇ ਕਾਰਜ ਹੋਏ ਨੇ। ਗਲਤੀਆਂ ਵੀ ਹੁੰਦੀਆਂ ਨੇ, ਗਲਤ ਬੰਦੇ ਵੀ ਆ ਜਾਂਦੇ ਨੇ ਸੰਸਥਾਵਾਂ ਦੇ ਵਿੱਚ, ਪਰ ਸੰਸਥਾ ਨੂੰ ਨਹੀਂ ਭੰਡਣਾ ਚਾਹੀਦਾ। ਜੇ ਅੱਜ ਮੰਨ ਲਓ ਕੁਝ ਗਲਤ ਨੇ ਤੇ ਕੱਲ ਨੂੰ ਉੱਥੇ ਚੰਗੇ ਇਨਸਾਨ ਵੀ ਆਉਣਗੇ, ਸੰਸਥਾ ਤੇ ਉਹੀ ਰਹਿਣੀ ਨਾ। ਜਿਹੜੇ ਵੱਡੇ ਵੱਡੇ ਕਾਰਜ ਕੌਮ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ ਆ, ਉਹ ਹੋਰ ਕੋਈ ਸੰਸਥਾ ਨਹੀਂ ਕਰ ਸਕਦੀ। ਇਹ ਵੀ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ। ਠੀਕ ਹੈ, ਜੇ ਬੰਦੇ ਗਲਤ ਨੇ ਉਹਨਾਂ ਨੂੰ ਰਲ ਮਿਲ ਕੇ ਬਦਲਣੇ ਵੀ ਚਾਹੀਦੇ ਨੇ, ਪਰ ਸੰਸਥਾ ਨੂੰ ਨਹੀਂ ਭੰਡਣਾ ਚਾਹੀਦਾ। ਸੰਸਥਾ ਕੌਮ ਦੀ ਹੈ, ਉਹਨੇ ਕੌਮੀ ਕਾਰਜ ਕੀਤੇ ਨੇ, ਕੌਮ ਦੀ ਅਮਾਨਤ ਹੈ, ਔਰ ਉਹ ਰਹਿਣੀ ਵੀ ਕੌਮ ਦੀ ਹੈ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਨੇ ਇੱਕ ਕਮੇਟੀ ਬਣਾਈ ਜਿਹਦੇ ਵਿੱਚ ਵੱਖ-ਵੱਖ ਵਿਦਵਾਨ ਸ਼ਾਮਲ ਕੀਤੇ। ਉਹਨਾਂ ਵਿੱਚ ਸਰਦਾਰ ਸਰੂਪ ਸਿੰਘ ਅਲੱਗ ਵੀ ਸ਼ਾਮਲ ਕੀਤੇ, ਸਿੱਖ ਵਿਦਵਾਨ। ਉਹਨਾਂ ਨੇ ਆਪ ਲਿਖਿਆ, ਉਹ ਕਹਿੰਦੇ ਅਸੀਂ ਜਦੋਂ ਮਹਾਰਾਸ਼ਟਰ ਦੇ ਵਿੱਚ ਗਏ ਨਾ, ਭਗਤ ਨਾਮਦੇਵ ਜੀ ਦੇ ਜਨਮ ਭੂਮੀ ਤੋਂ ਨਗਰ ਕੀਰਤਨ ਲਿਆਉਣਾ ਸੀ, ਤੇ ਹੁਣ ਪੰਜਾਬ ਸਰਕਾਰ ਵੱਲੋਂ ਗਏ ਸੀ, ਕਿਉਂਕਿ ਪੰਜਾਬ ਸਰਕਾਰ ਦੀ ਮੋਹਰ ਸੀ ਉਸ ਕਮੇਟੀ ਦੇ ਉੱਤੇ, ਤੇ ਉਹਨਾਂ ਨੂੰ ਸਰਕਾਰੀ ਪ੍ਰਾਹੁਣਾਚਾਰੀ ਮਿਲੀ, ਔਰ ਸਰਕਾਰੀ ਤੌਰ ਤੇ ਉੱਥੇ ਉਹਨਾਂ ਨੂੰ ਸਾਰਾ ਪ੍ਰਬੰਧ ਕਰਨ ਵਾਸਤੇ ਮਦਦ ਵੀ ਮਿਲਣੀ ਸੀ। ਜਦੋਂ ਉਸ ਵੇਲੇ ਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਪਤਾ ਲੱਗਾ ਕਿ ਇਹ ਇੱਥੋਂ ਬਾਬਾ ਨਾਮਦੇਵ ਜੀ ਦੇ ਜਨਮ ਸਥਾਨ ਤੋਂ ਇੱਕ ਨਗਰ ਕੀਰਤਨ ਉੱਥੇ ਲੈ ਕੇ ਜਾਣਾ ਚਾਹੁੰਦੇ ਨੇ, ਹੁਣ ਉਹ ਜ਼ਿਆਦਾ ਜਾਣਕਾਰੀ ਨਹੀਂ ਰੱਖਦਾ, ਇਸੇ ਕਰਕੇ ਉਹ ਰਾਜਨੀਤਿਕ ਸੀ। ਉਹਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋਈ ਵੀ ਇਹ ਪੰਜਾਬ ਦੇ ਰਹਿਣ ਵਾਲੇ, ਇਹਨਾਂ ਨੂੰ ਕੀ ਲੱਗੇ ਬਾਬਾ ਨਾਮਦੇਵ ਦੇ ਨਾਲ, ਵੀ ਉਹ ਕੌਣ ਹੈ, ਹੋਵੇ ਨਾ ਇਹਦੇ ਵਿੱਚ ਕੋਈ ਵੋਟਾਂ ਦੀ ਰਾਜਨੀਤੀ ਹੋਵੇ। ਉਹਨੇ ਇਹ 'ਤੇ ਸ਼ੰਕਾ ਕੀਤੀ। ਉਹਨੇ ਇੱਥੋਂ ਪੰਜਾਬ ਤੋਂ ਗਈ ਸਾਡੀ ਕਮੇਟੀ ਨੂੰ ਆਪਣੇ ਘਰ ਉਹਨੇ ਖਾਣੇ ਤੇ ਬੁਲਾਇਆ। ਖਾਣਾ ਖਾਣ ਤੋਂ ਬਾਅਦ ਵਿੱਚ ਉਹਨੇ ਸਵਾਲ ਕੀਤਾ ਕਿ ਮੈਂ ਜਾਣਨਾ ਚਾਹੁੰਦਾ ਤੁਸੀਂ ਬਾਬਾ ਨਾਮਦੇਵ ਦੇ ਵਿੱਚ ਇੰਨਾ ਇੰਟਰਸਟ ਕਿਉਂ ਲੈ ਰਹੇ ਹੋ, ਤੁਹਾਡਾ ਕੀ ਸੰਬੰਧ ਹੈ, ਤੁਸੀਂ ਕੀ ਲੱਗਦੇ ਹੋ। ਤਾਂ ਸਰਦਾਰ ਸਰੂਪ ਸਿੰਘ ਅਲੱਗ ਕਹਿੰਦੇ ਵੀ ਅਸੀਂ ਕਿਹਾ ਇਹ ਨਾ ਕਹੋ ਕਿ ਤੁਸੀਂ ਕੀ ਲੱਗਦੇ ਹੋ, ਸਗੋਂ ਇਹ ਕਹੋ ਕਿ ਬਾਬਾ ਨਾਮਦੇਵ ਤੇ ਹੈ ਤੁਹਾਡਾ, ਉਹ ਤੇ ਹੈ ਹੀ ਸਾਡਾ, ਬਾਬਾ ਨਾਮਦੇਵ ਤੇ ਹੈ ਹੀ ਸਾਡਾ। ਉਹ ਮੁੱਖ ਮੰਤਰੀ ਕਹਿਣ ਲੱਗਾ ਮੈਂ ਗੱਲ ਸਮਝਿਆ ਨਹੀਂ। ਤਾਂ ਸਰਦਾਰ ਸਰੂਪ ਸਿੰਘ ਅਲੱਗ ਨੇ ਕਿਹਾ ਜੇ ਨਹੀਂ ਸਮਝ ਆਈ ਤੇ ਆਪਣੇ ਭਾਸ਼ਾ ਵਿਭਾਗ ਨੂੰ ਪੁੱਛੋ, ਜਿਹੜਾ ਤੁਹਾਡਾ ਹਰ ਇੱਕ ਸਟੇਟ ਦੇ ਵਿੱਚ ਇੱਕ ਭਾਸ਼ਾ ਵਿਭਾਗ ਹੁੰਦਾ, ਜਿਹੜੇ ਖੋਜ ਕਰਦੇ ਨੇ ਉਸ ਸਟੇਟ ਦੀ ਭਾਸ਼ਾ, ਉਸ ਸਟੇਟ ਦੇ ਵੱਡੀਆਂ ਮਹਾਨ ਹਸਤੀਆਂ ਦੇ ਉੱਤੇ ਕਿਤਾਬਾਂ ਲਿਖੀਆਂ ਜਾਂਦੀਆਂ ਨੇ। ਲਿਟਰੇਚਰ ਪੰਜਾਬ ਦੇ ਵਿੱਚ ਵੀ ਭਾਸ਼ਾ ਵਿਭਾਗ ਹੈ, ਔਰ ਬਹੁਤ ਵਧੀਆ ਲਿਟਰੇਚਰ ਵੀ ਭਾਸ਼ਾ ਵਿਭਾਗ ਨੇ। ਇੱਥੋਂ ਤੱਕ ਮਹਾਨ ਕੋਸ਼ ਵੀ ਬਹੁਤ ਘੱਟ ਰੇਟ ਤੇ ਛਾਪਿਆ, ਸਾਡਾ ਇਤਿਹਾਸ ਵੀ ਉਹਨਾਂ ਨੇ ਛਾਪਿਆ, ਕਵੀ ਸੰਤੋਖ ਸਿੰਘ ਵਾਲਾ, ਤੇ ਹੋਰ ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼, ਪ੍ਰਾਚੀਨ ਪੰਥ ਪ੍ਰਕਾਸ਼, ਜੇ ਸਭ ਤੋਂ ਸਸਤਾ ਅੱਜ ਵੀ ਮਿਲਦਾ ਤੇ ਭਾਸ਼ਾ ਵਿਭਾਗ ਦੇ ਕੋਲੋਂ ਮਿਲਦਾ ਹੈ। ਉਸੇ ਵੇਲੇ ਜਦੋਂ ਸਰੂਪ ਸਿੰਘ ਹੁਣਾਂ ਨੇ ਕਿਹਾ ਨਾ ਕਿ ਤੁਸੀਂ ਆਪਣੇ ਭਾਸ਼ਾ ਵਿਭਾਗ ਨੂੰ ਪੁੱਛੋ ਕਿ ਜੇ ਬਾਬਾ ਨਾਮਦੇਵ ਜੀ ਦੀ ਸਭ ਤੋਂ ਅਥੈਂਟਿਕ ਰਚਨਾ ਲੈਣੀ ਹੋਵੇ, ਭਰੋਸੇਯੋਗ ਰਚਨਾ ਲੈਣੀ ਉਹ ਪੜ੍ਹਨੀ ਹੋਵੇ ਤੇ ਕਿੱਥੋਂ ਮਿਲੂਗੀ। ਉਹਨਾਂ ਨੇ ਸਵਾਲ ਉਸੇ ਵੇਲੇ ਫੋਨ ਕਰਕੇ ਆਪਣੇ ਉਸ ਵਿਭਾਗ ਦੇ ਮੁਖੀ ਨੂੰ ਸੱਦਿਆ। ਜਦੋਂ ਉਹਨੇ ਸੱਦਿਆ ਤੇ ਕਮੇਟੀ ਦੇ ਸਾਹਮਣੇ ਸਵਾਲ ਕੀਤਾ ਵੀ ਬਾਬਾ ਨਾਮਦੇਵ ਜੀ ਪਿਓਰ ਰਚਨਾ ਕਿੱਥੋਂ ਮਿਲੂਗੀ, ਤੇ ਉਹਨੇ ਸੀਸ ਝੁਕਾ ਕੇ ਕਿਹਾ ਜਿਹੜੇ ਸਰਦਾਰ ਬੈਠੇ ਇਹਨਾਂ ਦੇ ਕੋਲੋਂ ਮਿਲੂਗੀ, ਹੋਰ ਕਿਤੇ ਨਹੀਂ। ਇਹ ਦੇਣ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ। ਬਾਬਾ ਰਵਿਦਾਸ ਜੀ ਦੀ ਪਾਵਨ ਰਚਨਾ ਨੂੰ ਪੜ੍ਹਨਾ ਹੋਵੇ, ਆ ਵੱਖਰੀ ਗੱਲ ਹੈ, ਅੰਮ੍ਰਿਤ ਬਾਣੀ ਗ੍ਰੰਥ ਹੁਣ ਬਣਾ ਲਿਆ, ਇਸੇ ਤਰ੍ਹਾਂ ਕਬੀਰ ਕਿਆਂ ਨੇ ਵੀ ਬਣਾ ਲਏ, ਪਰ ਅਸਲ ਰਚਨਾ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਇਹਦੇ ਤੋਂ ਬਾਹਰਲੀ ਜਿੰਨੀ ਵੀ ਰਚਨਾ ਉਹਨਾਂ ਗ੍ਰੰਥਾਂ 'ਚ ਮਿਲਦੀ ਉਹ ਸਾਰੀ ਪੜ੍ਹ ਕੇ ਪਤਾ ਲੱਗ ਜਾਂਦਾ ਵੀ ਮਿਲਾਵਟ ਹੈ। ਸਿਰਫ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਪਿਓਰ ਰਚਨਾ ਹੈ, ਉਹ ਪਿਓਰ ਸ਼ਬਦ ਆ ਭਗਤ ਸਾਹਿਬਾਨ ਦੇ, ਭੱਟ ਸਾਹਿਬਾਨ ਦੇ,
ਜਿਹੜੇ ਕਿਤੇ ਬਾਹਰ ਨਹੀਂ ਮਿਲਦੇ। ਬਾਹਰੋਂ ਜਿੰਨੇ ਵੀ ਯਤਨ ਕੀਤਾ ਉਹਨੇ ਆਪਣੇ ਨਾਲ ਹੋਰ ਗੱਲਾਂ ਪਾਈਆਂ ਨੇ, ਬੜਾ ਕੁਝ ਮਿਲ ਜਾਂਦਾ ਹੈ। ਇਹ ਮਹਾਨ ਦੇਣ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ। ਤੇ ਜਿਸ ਵਕਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਡਾ ਮਹਾਨ ਕਾਰਜ ਸੰਪੂਰਨ ਕਰ ਲਿਆ, ਤੇ ਉਦੋਂ ਜਦੋਂ ਕ੍ਰੈਡਿਟ ਦੇਣ ਦੀ ਵਾਰੀ ਆਈ ਤੇ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਚੁਣਿਆ। ਬਾਬਾ ਬੁੱਢਾ ਜੀ ਦੇ ਸੀਸ ਤੇ ਪਾਵਨ ਗ੍ਰੰਥ ਬਿਰਾਜਮਾਨ ਕੀਤਾ, ਤੇ ਆਪ ਮਹਾਰਾਜ ਨੇ ਚੌਰ ਬਰਦਾਰ ਦੀ ਸੇਵਾ ਨਿਭਾਈ। ਚੌਰ ਗੁਰੂ ਸਾਹਿਬਾਨ ਦੇ ਉੱਤੇ ਹੁੰਦਾ ਸੀ, ਸੇਵਕ ਕਰਦੇ ਸਨ। ਮਹਾਰਾਜ ਨੇ ਸੇਵਕ ਦੀ ਜ਼ਿੰਮੇਵਾਰੀ ਨਿਭਾਈ। ਚੌਰ ਸਾਹਿਬ ਕਰਦੇ ਕਰਦੇ ਕੋਠਾ ਸਾਹਿਬ ਤੋਂ, ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਬਣਿਆ ਹੋਇਆ, ਜਿੱਥੇ ਮਹਾਰਾਜ ਆਪ ਵਿਰਾਜਮਾਨ ਕਰਦੇ ਸਨ, ਉਸ ਥਾਂ ਤੋਂ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪ ਚੌਰ ਕਰਦੇ ਦਰਬਾਰ ਸਾਹਿਬ ਤੱਕ ਆਏ। ਤੇ ਜਦੋਂ ਪਾਲਕੀ ਦੇ ਵਿੱਚ ਪੀੜਾ ਸਾਹਿਬ ਦੇ ਉੱਤੇ ਮਹਾਰਾਜ ਦਾ ਵੀਰ ਸੁਭਾਈਮਾਨ ਕਰ ਦਿੱਤਾ ਨਾ, ਤੇ ਬਾਬਾ ਬੁੱਢਾ ਜੀ ਪਿੱਛੇ ਹਟੇ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਬਾਬਾ ਜੀ ਪਿੱਛੇ ਨਾ ਹਟੋ। ਬਾਬਾ ਜੀ ਕਹਿਣ ਲੱਗੇ, ਨਹੀਂ ਸਤਿਗੁਰੂ, ਤੁਸੀਂ ਆਪਣੇ ਸਿੰਘਾਸਨ ਤੇ ਆਓ। ਇੰਨੀ ਵੱਡੀ ਉਮਤ ਇਕੱਠੀ ਹੋਈ ਹੈ, ਸੰਗਤ ਤੁਹਾਡੀ ਆਵਾਜ਼ ਸੁਣਨਾ ਚਾਹੁੰਦੀ ਹੈ, ਤੁਹਾਡਾ ਸੰਦੇਸ਼ ਸੁਣਨਾ ਚਾਹੁੰਦੀ ਹੈ। ਤੇ ਮਹਾਰਾਜ ਨੇ ਕਿਹਾ, ਇਤਿਹਾਸਕਾਰਾਂ ਦੇ ਵਚਨ ਨੇ, ਬੁੱਢਾ ਸਾਹਿਬ ਖੋਲੋ ਇਹ ਗ੍ਰੰਥ। ਤੇ ਉਹਦੇ ਵਿੱਚੋਂ ਮਹਾਰਾਜ ਨੇ ਕਿਹਾ, ਲਿਹੋ ਆਵਾਜ਼ ਸੁਣੈ ਇਹ ਪੰਥ। ਬਾਬਾ ਬੁੱਢਾ ਜੀ ਨੂੰ ਵਡਿਆਈ ਦਿੱਤੀ। ਹੁਕਮਨਾਮਾ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਪਰ ਮਹਾਰਾਜ ਨੇ ਇਸ ਸ਼ਬਦ ਦੇ ਦੁਆਰਾ ਸੰਦੇਸ਼ ਦੇ ਦਿੱਤਾ, ਜੇ ਕੋਈ ਸਮਰਪਿਤ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਮਤ ਦੇ ਲਈ ਕੋਈ ਵੀ ਕਾਰਜ ਕਰੇਗਾ, ਹਮੇਸ਼ਾ ਉਹ ਅਕਾਲ ਪੁਰਖ ਵਾਹਿਗੁਰੂ ਸਹਾਈ ਹੋਵੇਗਾ। ਇਹ ਮਹਾਨ ਕਾਰਜ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੰਪੂਰਨ ਹੋਇਆ ਹੈ। ਤੇ ਮੈਂ ਬਸ ਆ ਗਰੰਟੀ ਦੀ ਗੱਲ ਕਹਿ ਕੇ ਤੁਹਾਡੇ ਤੋਂ ਖਿਮਾ ਮੰਗ ਰਿਹਾ। ਮਹਾਰਾਜ ਨੇ ਇਹ ਜਿਹੜਾ ਗ੍ਰੰਥ ਮਹਾਰਾਜ ਦਾ ਪ੍ਰਕਾਸ਼ ਕੀਤਾ, ਔਰ ਉਸ ਦਿਨ ਤੋਂ ਬਾਅਦ ਵਿੱਚ ਮਹਾਰਾਜ ਕਦੇ ਆਪ ਬਰਾਬਰ ਤੇ ਆਸਣ ਲਾ ਕੇ ਨਹੀਂ ਸੁੱਤੇ। ਧਰਤੀ ਤੇ ਮਹਾਰਾਜ ਨੇ ਆਸਣ ਲਾਇਆ, ਔਰ ਸ਼ਬਦ ਨੂੰ ਸਿੰਘਾਸਣ ਤੇ ਵੀ ਵਿਰਾਜਮਾਨ ਕੀਤਾ, ਦਰਬਾਰ ਦੇ ਵਿੱਚ ਵੀ, ਤੇ ਸੁਖਾਸਨ ਵਾਲੇ ਕਮਰੇ ਦੇ ਵਿੱਚ ਜਿੱਥੇ ਮਹਾਰਾਜ ਆਪ ਆਰਾਮ ਕਰਦੇ ਸੀ, ਪਲੰਘ ਤੇ ਸ਼ਬਦ ਪੋਥੀ ਸਾਹਿਬ ਨੂੰ ਪਲੰਘ ਦੇ ਉੱਤੇ ਵਿਰਾਜਮਾਨ ਕੀਤਾ ਗਿਆ। ਮਹਾਰਾਜ ਆਪ ਧਰਤੀ ਤੇ ਵਿਰਾਜਦੇ ਰਹੇ। ਉਸ ਨਿਸ਼ਾਨੀ ਦੇ ਵਜੋਂ ਅੱਜ ਵੀ ਇੱਕ ਚਾਦਰ ਉੱਥੇ ਕੋਠਾ ਸਾਹਿਬ ਦੇ ਵਿੱਚ ਵਿਛਾਈ ਜਾਂਦੀ ਹੈ, ਜਿਹੜੀ ਸਾਨੂੰ ਉਸ ਇਤਿਹਾਸ ਦੀ ਯਾਦ ਕਰਾਉਂਦੀ ਹੈ। ਤੇ ਮੈਂ ਗੱਲ ਕਰ ਰਿਹਾ ਸੀ, ਗਰੰਟੀਆਂ ਦਾ ਦੌਰ ਚੱਲ ਰਿਹਾ। ਲੋਕ, ਸਾਡਾ ਕਿਸੇ ਪਾਰਟੀ ਨਾਲ ਵੈਰ ਵਿਰੋਧ ਨਹੀਂ, ਨਾ ਹੀ ਕਿਸੇ ਧਾਰਮਿਕ ਸਟੇਜ ਤੋਂ ਕਿਸੇ ਪਾਰਟੀ ਦੇ ਖਿਲਾਫ ਜਾਂ ਹੱਕ 'ਚ ਬੋਲਿਆ ਜਾ ਸਕਦਾ। ਮੈਂ ਸਿਰਫ ਇੱਕ ਐਗਜ਼ਾਮਪਲ ਦੇਣੀ ਹੈ। ਅੱਜ ਗਰੰਟੀਆਂ ਦਾ ਦੌਰ ਹੈ। ਰਾਜਨੀਤਿਕ ਲੋਕ ਗਰੰਟੀਆਂ ਦਿੰਦੇ ਨੇ ਤੇ ਅਸੀਂ ਪਿੱਛੇ ਲੱਗ ਦੌੜਦੇ ਹਾਂ। ਉਹ ਗਰੰਟੀਆਂ ਪੂਰੀਆਂ ਹੁੰਦੀਆਂ ਨਹੀਂ ਹੁੰਦੀਆਂ। ਜੇ ਸਮਾਂ ਪਿਆ ਹੈ, ਆਪਾਂ ਉਸ ਪਾਸੇ ਨਹੀਂ ਜਾਣਾ। ਉਹ ਆਪਾਂ ਤੇ ਅਰਦਾਸ ਕਰਾਂਗੇ ਵੀ ਪੂਰੀਆਂ ਹੋਣ, ਜਨਤਾ ਦੇ ਭਲੇ ਵਾਸਤੇ ਨਹੀਂ, ਜਿੰਨੀਆਂ ਵੀ ਗਰੰਟੀਆਂ ਨੇ। ਖੈਰ, ਅਸੀਂ ਪਿੱਛੇ ਲੱਗ ਜਾਂਦੇ ਹਾਂ। ਪਰ ਇਸ ਗੱਲ ਦੀ ਸਮਝ ਨਹੀਂ ਆਉਂਦੀ, ਜਿਹੜੀ ਗਰੰਟੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ 1604 ਈਸਵੀ ਦੇ ਵਿੱਚ ਦਿੱਤੀ, ਉਹਦੇ ਤੇ ਸਾਨੂੰ ਭਰੋਸਾ ਕਿਉਂ ਨਹੀਂ? ਸਾਨੂੰ ਅੱਜ ਕਿਉਂ ਬੰਦਿਆਂ ਦੀ ਲੋੜ ਪੈਂਦੀ ਹੈ? ਅਸੀਂ ਕਿਉਂ ਦੇਹਧਾਰੀਆਂ ਦੇ ਤੁਰੇ ਫਿਰਦੇ ਹਾਂ? ਕਿਉਂ ਅਸੀਂ ਡੇਰੇਦਾਰਾਂ ਦੇ ਪਿੱਛੇ ਤੁਰੇ ਫਿਰਦੇ ਹਾਂ? ਕਿਉਂ ਅਸੀਂ ਭੰਗ ਪੀਣਿਆਂ ਦੇ ਪਿੱਛੇ ਤੁਰੇ ਫਿਰਦੇ ਹਾਂ? ਕਿਉਂ ਪੋਸਤ ਪੀਣਿਆਂ ਦੇ ਪਿੱਛੇ ਤੁਰੇ ਫਿਰਦੇ ਹਾਂ? ਗੁਰੂ ਗ੍ਰੰਥ ਸਾਹਿਬ ਨੇ ਜਿਹੜੀ ਗਰੰਟੀ ਦਿੱਤੀ ਸੀ, ਉਹ ਸਾਰੇ ਸੰਸਾਰ ਦੇ ਲੋਕਾਂ ਨੂੰ ਦਿੱਤੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਮੁੰਦਾਵਣੀ ਵਾਲਾ ਸ਼ਬਦ, ਜਦੋਂ ਮਹਾਰਾਜ ਨੇ ਪੂਰਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰ ਲਈ ਨਾ, ਅੱਜ ਵੀ ਕੋਈ ਆਪਾਂ ਸਰਕਾਰੀ ਕਾਗਜ਼ ਲੈਣਾ ਹੋਵੇ ਤਾਂ ਕਾਗਜ਼ ਤਿਆਰ ਹੋ ਜਾਂਦਾ, ਸਰਟੀਫਿਕੇਟ ਤਿਆਰ ਹੋ ਜਾਂਦਾ ਹੈ, ਤੇ ਲਾਸਟ ਦੇ ਵਿੱਚ ਉਹ ਸਰਟੀਫਿਕੇਟ ਤਿਆਰ ਕਰਨ ਵਾਲਾ ਜਿਹੜਾ ਅਧਿਕਾਰੀ ਹੈ, ਜਦੋਂ ਮੋਹਰ ਲਾਉਂਦਾ ਤੇ ਫਿਰ ਉਹਦੀ ਵੈਲਿਊ ਹੁੰਦੀ। ਮੋਹਰ ਤੋਂ ਬਿਨਾਂ ਉਹ ਕਾਗਜ਼ ਰੱਦੀ ਦਾ ਟੁਕੜਾ। ਮੋਹਰ ਦੀ ਵੈਲਿਊ ਹੁੰਦੀ ਹੈ। ਗੁਰੂ ਅਰਜਨ ਸਾਹਿਬ ਨੇ ਜਦੋਂ ਇਹ ਭੋਜਨ ਤਿਆਰ ਕੀਤਾ, ਆਤਮਿਕ ਭੋਜਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ, ਅਖੀਰ ਤੇ ਉਹਨਾਂ ਨੇ ਮੋਹਰ ਲਾਈ। ਮੁੰਦਾਵਣੀ ਦਾ ਅਰਥ ਹੁੰਦਾ ਮੁੰਦਣਾ, ਮੋਹਰ ਛਾਪ ਲਾਉਣੀ। ਇਹ ਮੁੰਦਾਵਣੀ ਲਫ਼ਜ਼ ਰਾਜ ਦਰਬਾਰਾਂ ਦੇ ਵਿੱਚ ਖਾਸ ਤੌਰ ਤੇ ਪ੍ਰਚਲਿਤ ਸੀ। ਜਦੋਂ ਕਿਸੇ ਰਾਜੇ ਵਾਸਤੇ ਭੋਜਨ ਜਾਣਾ
ਤੇ ਰਾਜ ਹਕੀਮ ਨੇ ਉਹਨੂੰ ਚੈੱਕ ਕਰਨਾ ਵੀ ਕਿਸੇ ਨੇ ਇਹਦੇ ਵਿੱਚ ਕੋਈ ਮਿਲਾਵਟ ਤਾਂ ਨਹੀਂ ਕੀਤੀ, ਵੀ ਇਹਦੇ ਵਿੱਚ ਕੋਈ ਜ਼ਹਿਰ ਤਾਂ ਨਹੀਂ ਪਾਈ ਜਿਹਦੇ ਨਾਲ ਇਹਦਾ ਰਾਜੇ ਦਾ ਕੋਈ ਨੁਕਸਾਨ ਹੋ ਸਕਦਾ ਹੋਵੇ। ਤੇ ਫਿਰ ਉਸ ਖਾਣੇ ਤੇ ਰਾਜ ਹਕੀਮ ਦੀ ਮੋਹਰ ਲੱਗਣੀ ਤੇ ਫਿਰ ਬਾਦਸ਼ਾਹ ਰਾਜੇ ਖਾਂਦੇ ਹੁੰਦੇ ਸਨ। ਇਸੇ ਤਰ੍ਹਾਂ ਮੋਹਰ ਲਾਈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ। ਮਹਾਰਾਜ ਨੇ ਮੁੰਦਾਵਣੀ ਵਾਲਾ ਸ਼ਬਦ ਉਚਾਰਨ ਕੀਤਾ, ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਸੰਸਾਰ ਦੇ ਲੋਕੋ ਆਪਣਾ ਉਧਾਰ ਚਾਹੁੰਦੇ ਆ। ਵੇਖੋ ਹਰ ਇੱਕ ਪ੍ਰਾਣੀ ਜਿਹੜਾ ਦੁਨੀਆ ਤੇ ਆਇਆ ਹੈ ਉਹਦਾ ਮਕਸਦ ਹੈ ਜਨਮ ਮਰਨ ਤੋਂ ਰਹਿਤ ਹੋਣਾ, ਆਪਣਾ ਉਧਾਰ ਕਰਨਾ। ਮਹਾਰਾਜ ਕਹਿੰਦੇ ਜੇ ਉਧਾਰ ਕਰਨਾ ਹੈ, ਜੇ ਆਤਮਿਕ ਤ੍ਰਿਪਤੀ ਕਰਨੀ ਹੈ, ਵੇਖੋ ਆਪਾਂ ਪੇਟ ਦੀ ਤ੍ਰਿਪਤੀ ਵਾਸਤੇ ਭੋਜਨ ਛਕਦੇ ਹਾਂ ਤੇ ਆਤਮਿਕ ਤ੍ਰਿਪਤੀ ਵਾਸਤੇ ਵੀ ਭੋਜਨ ਛਕਣਾ ਪੈਂਦਾ ਹੈ। ਉਹ ਅਸੀਂ ਜਿੱਦਾਂ ਦੀ ਕਿਸੇ ਦੀ ਬਿਰਤੀ ਉਦਾਂ ਦਾ ਭੋਜਨ ਛਕਦਾ ਹੈ। ਕਈਆਂ ਨੂੰ ਗੰਦ ਖਾਣ ਦੀ ਆਦਤ, ਉਹ ਗੰਦਗੀ ਛਕਦੇ ਨੇ। ਕਈਆਂ ਨੂੰ ਅੰਮ੍ਰਿਤ ਦੀ ਆਦਤ ਹੈ, ਉਹ ਗੁਰਬਾਣੀ ਰੂਪੀ ਅੰਮ੍ਰਿਤ ਪੀਂਦੇ ਨੇ। ਹੈ ਜਿੰਨੇ ਵੀ ਵਿਚਾਰ ਆਪਾਂ ਗ੍ਰਹਿਣ ਕਰਦੇ ਹਾਂ ਇੱਧਰੋਂ ਉੱਧਰੋਂ, ਉਹ ਸਾਡੀ ਆਤਮਾ ਦੀ ਖੁਰਾਕ ਹੈ, ਭੋਜਨ ਹੈ। ਆਤਮਿਕ ਭੋਜਨ ਉਹਨੂੰ ਕਿਹਾ ਜਾਂਦਾ ਜਿਹੜਾ ਆਤਮਾ ਦੀ ਤ੍ਰਿਪਤੀ ਵਾਸਤੇ ਹੋਵੇ। ਉਹਦਾ ਜਿਹੜਾ ਅਸੀਂ ਆਪਣੇ ਮਨ ਨੂੰ ਭੋਜਨ ਦਿੰਦੇ ਉਹਨੂੰ ਕੁਝ ਵੀ ਕਹਿ ਸਕਦੇ, ਮਾੜੀ ਸੰਗਤ, ਕੁਸੰਗਤ, ਪਰ ਸੱਚੀ ਸੰਗਤ ਦੇ ਵਿੱਚੋਂ ਆਤਮਿਕ ਭੋਜਨ ਮਿਲਦਾ ਹੈ। ਤੇ ਮਹਾਰਾਜ ਕਹਿੰਦੇ ਉਹ ਭੋਜਨ ਅਸੀਂ ਤਿਆਰ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ। ਇਹਦੇ ਵਿੱਚ ਸਤ ਸੰਤੋਖ ਤੇ ਨਾਮ ਦੀ ਵਿਚਾਰ, ਇਹ ਭੋਜਨ ਥਾਲੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਦੇ ਵਿੱਚ ਪਰੋਸਿਆ ਹੈ। ਤੇ ਇਹ ਜਿਹੜਾ ਭੋਜਨ ਹੈ ਇਸ ਸ਼ਬਦ ਦੇ ਵਿੱਚ, ਕਿਉਂਕਿ ਮੇਰਾ ਸਮਾਂ ਹੋ ਗਿਆ, ਮੈਂ ਸਿੱਧਾ ਗਰੰਟੀ ਤੇ ਹੁਣ ਆਉਣਾ ਹੈ। ਜਿਹੜੀ ਗਰੰਟੀ ਦਿੱਤੀ ਮਹਾਰਾਜ ਨੇ, ਮਹਾਰਾਜ ਕਹਿੰਦੇ ਇਸ ਗੱਲ ਦੀ ਅਸੀਂ ਗਰੰਟੀ ਦਿੰਦੇ ਹਾਂ ਜਿਹੜਾ ਇਸ ਭੋਜਨ ਨੂੰ ਖਾ ਲਏਗਾ ਤੇ ਪਚਾ ਲਏਗਾ। ਦੇਖੋ ਹੁਣ ਜੇ ਬੰਦਾ ਕੋਈ ਭੋਜਨ ਖਾਵੇ, ਗਲੇ ਤੋਂ ਅੰਦਰ ਲੈ ਕੇ ਨਾ ਜਾਵੇ, ਉਹਨੂੰ ਪਚਾਵੇ ਨਾ, ਕੱਢੀ ਜਾਵੇ ਤੇ ਉਹਦੇ ਸਰੀਰ ਨੂੰ ਉਹਦਾ ਕੋਈ ਅਸਰ ਨਹੀਂ ਹੋਣਾ। ਸਾਡੀ ਹਾਲਤ ਅੱਜ ਇਹੋ ਹੀ ਬਣੀ। ਮਹਾਰਾਜ ਕਹਿੰਦੇ ਜਿਹੜਾ ਇਸ ਭੋਜਨ ਨੂੰ ਖਾ ਲਏਗਾ, ਜੇ ਕੋ ਖਾਵੇ ਜੇ ਕੋ ਪੁੰਚੈ, ਤੇ ਗਰੰਟੀ ਇਹ ਦਿੱਤੀ ਤਿਸ ਕਾ ਹੋਏ ਉਧਾਰੋ, ਉਹਦਾ ਸੰਸਾਰ ਦੇ ਵਿੱਚ ਆਉਣ ਦਾ ਮਕਸਦ ਪੂਰਾ ਹੋ ਜਾਏਗਾ। ਇਹ ਗਰੰਟੀ ਗੁਰੂ ਅਰਜਨ ਸਾਹਿਬ ਨੇ ਲਿਖਤੀ ਰੂਪ ਚ ਦਿੱਤੀ। ਪਰ ਅਸੀਂ ਨਾ ਇਸ ਭੋਜਨ ਨੂੰ ਖਾਂਦੇ ਆ, ਨਾ ਅਸੀਂ ਪਚਾਉਂਦੇ ਆ। ਖਾਦਾ ਜਿਹੜਾ ਹੈ ਨਾ ਉਹ ਜੀਭ ਦੇ ਰਾਹੀਂ ਜਦੋਂ ਆਪਾਂ ਖਾਂਦੇ ਆ ਤੇ ਉਹ ਅਸਲ ਦੇ ਵਿੱਚ ਕੰਨਾਂ ਦੇ ਰਾਹੀਂ ਅੰਦਰ ਜਾਂਦਾ ਹੈ। ਤੇ ਸੁਣ ਕੇ ਵੀ ਖਾਧਾ ਜਾ ਸਕਦਾ ਤੇ ਪੜ੍ਹ ਸੁਣ ਕੇ। ਪੜ੍ਹਨ ਵਾਲਾ ਦੋ ਕੰਮ ਕਰਦਾ, ਪੜ੍ਹਦਾ ਵੀ ਤੇ ਸੁਣਦਾ ਵੀ ਹੈ। ਉਹਦੇ ਕੰਨਾਂ ਦੇ ਰਾਹੀਂ ਇਹ ਭੋਜਨ ਅੰਦਰ ਜਾਂਦਾ ਹੈ। ਸੁਣਨ ਵਾਲਾ ਸਿਰਫ ਇਸ ਭੋਜਨ ਨੂੰ ਸੁਣਦਾ ਹੈ, ਉਹਦੇ ਅੰਦਰ ਵੀ ਓਨਾ ਹੀ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਨੇ ਜਿਹੜਾ ਇਹਨੂੰ ਖਾ ਲਵੇ ਤੇ ਫਿਰ ਸ਼ਰਤ ਇਹ ਆ ਵੀ ਪਚਾ ਲਵੇ। ਪਚਾਉਣ ਦਾ ਅਰਥ ਹੈ ਜਿਹੜਾ ਇਹਨੂੰ ਜ਼ਿੰਦਗੀ ਦੇ ਵਿੱਚ ਕਮਾ ਲਵੇ, ਇਹਦੇ ਤੇ ਅਮਲ ਕਰ ਲਵੇ। ਸੱਚੇ ਪਾਤਸ਼ਾਹ ਕਹਿੰਦੇ ਤਿਸ ਕਾ ਹੋਏ ਉਧਾਰੋ। ਜਿੰਨੀਆਂ ਅੱਜ ਸਾਨੂੰ ਬਿਮਾਰੀਆਂ ਲੱਗੀਆਂ ਨੇ, ਜਿੰਨੇ ਸਾਨੂੰ ਰੋਗ ਲੱਗੇ ਨੇ, ਜਿੰਨੀਆਂ ਸਾਡੇ 'ਚ ਊਣਦਾਈਆਂ ਆ ਗਈਆਂ ਨੇ, ਜਿਨ੍ਹਾਂ ਦਾ ਰੋਣਾ ਸਾਨੂੰ ਅੱਜ ਸਟੇਜਾਂ ਤੋਂ ਰੋਣਾ ਪੈਂਦਾ ਹੈ, ਜੇ ਹਰ ਇੱਕ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਲਵੇ, ਸੁਣ ਲਵੇ, ਖਾ ਲਵੇ, ਪਚਾ ਲਵੇ, ਤਾਂ ਫਿਰ ਸਾਨੂੰ ਸ਼ਾਇਦ ਪ੍ਰਚਾਰ ਕਰਨ ਦੀ ਵੀ ਲੋੜ ਨਾ ਪਵੇ। ਗੁਰੂ ਅਰਜਨ ਸਾਹਿਬ ਦੇ ਵੇਲੇ ਕਲਾਸਾਂ ਲੱਗਦੀਆਂ ਸੀ, ਪਰ ਇੱਦਾਂ ਵੱਡੇ ਵੱਡੇ ਕੀਰਤਨ ਦਰਬਾਰ ਨਹੀਂ ਹੁੰਦੇ ਸੀ। ਅੱਜ ਅਸੀਂ ਕੀਰਤਨ ਦਰਬਾਰਾਂ ਤੇ ਲੱਖਾਂ ਰੁਪਇਆ ਰੋੜ ਦਿੰਦੇ ਹਾਂ, ਅਮਲੀ ਰੂਪ ਦੇ ਵਿੱਚ ਕੁਝ ਕਰਨ ਨੂੰ ਤਿਆਰ ਨਹੀਂ। ਆਓ ਅੱਜ ਆਪਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਉਦਮ ਕਰ ਰਹੇ ਹਾਂ ਰਲ ਮਿਲ ਕੇ। ਤੁਸੀਂ ਵਧਾਈ ਦੇ ਪਾਤਰ ਹੋ। ਬਹੁਤਾ ਕਰਕੇ ਨਾ ਬਦਾਨਾ ਫੇਰੀਆਂ ਕੱਢੀਆਂ ਜਾਂਦੀਆਂ ਨੇ, ਬਦਾਨਾ ਫੇਰੀਆਂ, ਤੇ ਉਹ ਪੈਸੇ ਇਕੱਠੇ ਕਰਨ ਵਾਸਤੇ ਕੱਢੀਆਂ ਜਾਂਦੀਆਂ। ਮੈਨੂੰ ਇਹ ਕਹਿਣ ਤੇ ਕੋਈ ਝਿਜਕ ਨਹੀਂ ਆ, ਕਿਉਂਕਿ ਅਸੀਂ ਇਸ ਸਿਸਟਮ ਦੇ ਨਾਲ ਬੜੇ ਚਿਰ ਤੋਂ ਜੁੜੇ ਹਾਂ। ਸਾਨੂੰ ਪਤਾ ਹੈ ਕਿ ਸੱਚਾਈ ਕੀ ਹੈ। ਪ੍ਰਬੰਧਕਾਂ ਦੀ, ਸੰਗਤ ਦੀ ਸਿਰਫ ਸ਼ਰਧਾ ਹੁੰਦੀ ਹੈ, ਤੇ ਜਿਹੜੀ ਪਲੈਨਿੰਗ ਹੁੰਦੀ ਉਹ ਸਾਡੇ ਵਰਗਿਆਂ ਦੀ ਹੁੰਦੀ ਹੈ, ਜਾਂ ਗ੍ਰੰਥੀਆਂ ਦੀ ਤੇ ਪ੍ਰਬੰਧਕਾਂ ਦੀ, ਡਾਕਟਰ ਸਾਹਿਬ ਤੇ ਭੁਪਿੰਦਰ ਸਿੰਘ ਹੁਣਾਂ ਵਰਗਿਆਂ ਦੀ। ਉਹ ਪਲੈਨਿੰਗ ਇਹਨਾਂ ਦੀ ਹੁੰਦੀ, ਸਾਡੀ ਰਲ ਮਿਲ ਕੇ ਤੇ ਆਪਾਂ ਕੱਢੀਏ। ਸਾਨੂੰ ਲਾਲਚ ਹੁੰਦਾ ਵੀ ਲੋਕਾਂ ਨੇ ਅਰਦਾਸਾਂ ਕਰਾਉਣੀਆਂ, ਸਾਨੂੰ ਪੈਸੇ ਦੇਣੇ। ਪ੍ਰਬੰਧਕਾਂ ਨੂੰ ਲਾਲਚ ਹੁੰਦਾ ਵੀ ਸਵੇਰੇ ਸਵੇਰੇ 5-7 ਹਜ਼ਾਰ ਇਕੱਠਾ ਹੋ ਜਾਣਾ, ਤੇ ਸੰਗਤ ਨੂੰ, ਸਾਡੀਆਂ ਭੈਣਾਂ ਨੂੰ ਹੁੰਦਾ ਵੀ ਸਵੇਰੇ ਸਵੇਰੇ ਭੁਜੀਏ ਬਦਾਨੇ ਦੇ ਲਿਫਾਫੇ ਆਪਾਂ ਭਰ ਲਿਆਉਣੇ। ਲਾਲਚ ਸਾਰਿਆਂ ਨੂੰ ਇੰਨਾ ਕੀ ਹੁੰਦਾ, ਬਸ ਆਹ ਟਾਰਗੇਟ ਹੁੰਦਾ ਉਹ ਬਦਾਨਾ ਫੇਰੀਆਂ ਦਾ। ਇੱਕੋ ਹੀ ਕੰਮ ਚੰਗਾ ਹੁੰਦਾ ਵੀ ਸਵੇਰੇ ਸਵੇਰੇ ਰੱਬ ਦਾ ਨਾਮ ਆਪਾਂ ਲੈ ਲੈਂਦੇ ਆ, ਉਹ ਤੇ ਅਮਲ ਕਰਦੇ ਜਾਂ ਨਹੀਂ ਕਰਦੇ ਉਹ ਵੱਖਰੀ ਗੱਲ। ਪਰ ਆਹ ਜਿਹੜਾ ਤੁਹਾਡਾ ਤਰੀਕਾ ਹੈ ਗੁਰਮਤਿ ਪ੍ਰਚਾਰ ਫੇਰੀਆਂ ਦਾ, ਇਹ ਅਸਲ ਤਰੀਕਾ ਹੈ। ਘਰ ਘਰ ਜਾ ਕੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਕਰਨਾ, ਗੁਰਮਤਿ ਦੇ ਸਿਧਾਂਤਾਂ ਦਾ ਪ੍ਰਚਾਰ ਕਰਨਾ, ਇਹਦੇ ਨਾਲ ਹੀ ਸਿੱਖੀ ਵਧਣੀ ਫੁੱਲਣੀ। ਔਰ ਇਸੇ ਨੂੰ ਘਰ ਘਰ ਅੰਦਰ ਧਰਮਸਾਰ ਹੋਵੇ ਕੀਰਤਨ ਸਦਾ ਵਿਸ਼ੋਭਾ ਵੀ ਭਾਈ ਗੁਰਦਾਸ ਜੀ ਨੇ ਕਿਹਾ ਹੈ। ਇਹ ਗੁਰੂ ਨਾਨਕ ਸਾਹਿਬ ਦਾ ਸੁਪਨਾ ਸੀ, ਤੇ ਇਹਦੇ ਚੋਂ ਸਾਨੂੰ ਇੱਕ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ। ਜਿੱਦਾਂ ਹੁਣ ਸੰਗਤ ਆਉਂਦੀ ਹੈ,
ਘਰਾਂ ਦੇ ਵਿੱਚ ਐਦਾਂ ਆਪਾਂ ਪ੍ਰਚਾਰ ਕਰਦੇ ਆ ਤੇ ਘਰ ਦੇ ਹਰ ਘਰ ਦੇ ਵਿੱਚ 5-7 ਜੀ ਤਾਂ ਹੁੰਦੇ ਆ ਤੇ ਇਹ ਸੰਗਤ ਰੋਜ਼ ਹੋਣੀ ਚਾਹੀਦੀ ਹਰ ਘਰ ਦੇ ਵਿੱਚ। ਰੋਜ਼ ਬਹਿ ਕੇ ਥੋੜ੍ਹੇ ਭਾਵੇਂ 10 ਸੰਗ ਸਹਿਜ ਪਾਠ ਕਰੀਏ ਵਿਚਾਰ ਕਰਕੇ ਪਰਿਵਾਰਾਂ ਸਮੇਤ। ਜਦੋਂ ਅਸੀਂ ਇਸ ਪਾਸੇ ਆਵਾਂਗੇ ਫਿਰ ਖਾਣਾ ਤੇ ਪਹੁੰਚਣਾ ਸਾਨੂੰ ਨਸੀਬ ਹੋਏਗਾ। ਹੁਣ ਅਸੀਂ ਕਿਰਾਏ ਤੇ ਕਰਾਉਂਦੇ ਆ ਤੇ ਕਿਰਾਏ ਤੇ ਕਰਨ ਵਾਲਿਆਂ ਦਾ ਸਾਡੇ ਵਰਗਿਆਂ ਦਾ ਰੁਜ਼ਗਾਰ ਹੈ। ਵਿਗਾਰੀ ਬੰਦਾ ਤੇ ਵਿਗਾਰ ਹੀ ਪੂਰੀ ਕਰਦਾ ਹੁੰਦਾ। ਆਪਣਾ ਕੰਮ ਜਿਹੜਾ ਬੰਦਾ ਆਪ ਕਰਦਾ ਹੈ ਉਹ ਅਸਲੀ ਤਰੀਕੇ ਨਾਲ ਦਿਲੋਂ ਕਰਦਾ ਹੈ। ਵਿਗਾਰੀ ਬੰਦੇ ਨੇ ਸਿਰਫ ਵਿਗਾਰ ਪੂਰੀ ਕਰਨੀ ਹੈ ਤੇ ਅੱਜ ਤੇ ਵਿਗਾਰ ਵੀ ਪੂਰੀ ਨਹੀਂ ਹੁੰਦੀ। ਮੈਨੂੰ ਇਹ ਕਹਿਣ ਦੇ ਵਿੱਚ ਕੋਈ ਵੀ ਝਿਜਕ ਨਹੀਂ ਹੈ। ਇਸ ਕਰਕੇ ਆਪ ਬਾਣੀ ਨਾਲ ਜੁੜੀਏ, ਸਹਿਜ ਪਾਠ ਕਰੀਏ। ਤੁਹਾਡੇ ਤੋਂ ਬੜੀ ਕਿਰਪਾ ਹੈ। ਪ੍ਰਬੰਧਕ ਨੌਜਵਾਨ ਵੀਰ ਔਰ ਭਾਈ ਸੋਧ ਸਿੰਘ ਵਰਗੇ ਨੌਜਵਾਨ ਤੁਹਾਡੇ ਕੋਲ ਨੇ ਜਿਹੜੇ ਇਸ ਕੰਮ ਦੇ ਵਿੱਚ ਕਦੇ ਵੀ ਆਲਸ ਨਹੀਂ ਕਰਦੇ, ਪਿੱਛੇ ਨਹੀਂ ਹਟਦੇ। ਵੱਧ ਤੋਂ ਵੱਧ ਸੰਗਤ ਇਹਨਾਂ ਵੀਰਾਂ ਦੇ ਕੋਲੋਂ ਲਾਹਾ ਪ੍ਰਾਪਤ ਕਰੋ। ਬਹੁਤ ਵਧੀਆ ਉਪਰਾਲੇ ਹੋ ਰਹੇ ਨੇ। ਰਲ ਮਿਲ ਕੇ ਸਾਰੇ ਆਪਾਂ ਇਸੇ ਤਰ੍ਹਾਂ ਇਹਨਾਂ ਵੀਰਾਂ ਦਾ ਸਾਥ ਦਿੰਦੇ ਰਹੀਏ ਤਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖਿਆ ਰੂਪੀ ਭੋਜਨ, ਗੁਰਬਾਣੀ ਰੂਪੀ ਭੋਜਨ ਖਾਣਾ ਤੇ ਪਹੁੰਚਾਉਣਾ ਸਾਨੂੰ ਨਸੀਬ ਹੋਵੇ। ਇਹ ਗਰੰਟੀ ਜਿਹੜੀ ਹੈ ਜਦੋਂ ਅਸੀਂ ਸਾਡੀ ਸਮਝ ਵਿੱਚ ਆ ਗਈ, ਸੰਸਾਰ ਦਾ ਪਾਰ ਉਤਾਰਾ ਹੋ ਜਾਏਗਾ, ਸਾਰੇ ਸੰਸਾਰ ਦਾ। ਅਸੀਂ ਜਦੋਂ ਇਸ ਗਰੰਟੀ ਤੇ ਅਮਲ ਕਰਾਂਗੇ, ਵਿਸ਼ਵਾਸ ਕਰਾਂਗੇ ਤੇ ਸੰਸਾਰ ਦੇ ਲੋਕਾਂ ਨੂੰ ਦੱਸਾਂਗੇ। ਅੱਜ ਦੇਖੋ ਪੂਰੇ ਸੰਸਾਰ ਦੇ ਵਿੱਚ ਇਸੇ ਹੀ ਸ਼ਬਦ, ਇਸੇ ਭੋਜਨ ਦੇ ਕਰਕੇ ਸਾਡੀ ਸਾਰੇ ਸੰਸਾਰ ਦੇ ਵਿੱਚ ਜੈ ਜੈਕਾਰ ਹੈ ਗੁਰੂ ਗ੍ਰੰਥ ਸਾਹਿਬ ਦਾ ਕਰਕੇ। ਉਸ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਪੁੱਛਿਆ ਸੀ, ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਸਰਦਾਰ ਸਰੂਪ ਸਿੰਘ ਅਲੱਗ ਹੋਣਾ ਨੂੰ, ਵੀ ਉਹ ਤੇ ਫਿਰ ਤੁਸੀਂ ਅੰਮ੍ਰਿਤਸਰ ਦੇ ਵਿੱਚ ਹੀ ਸਾਂਭ ਕੇ ਰੱਖਿਆ ਹੋਊਗਾ ਗ੍ਰੰਥ। ਤਾਂ ਸਰੂਪ ਸਿੰਘ ਅਲੱਗ ਨੇ ਕਿਹਾ ਸੀ ਨਹੀਂ, ਜਿੱਥੇ ਵੀ ਦੁਨੀਆ ਭਰ ਦੇ ਵਿੱਚ ਜਿਸ ਵੀ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਬਾਬਾ ਨਾਮਦੇਵ ਉੱਥੇ ਹੀ ਪ੍ਰਕਾਸ਼ਮਾਨ ਹੈ। ਉਹ ਕਹਿਣ ਲੱਗਾ ਸਾਡੇ ਖਾਰ ਵਾਲੇ ਗੁਰਦੁਆਰੇ ਦੇ ਵਿੱਚ ਵੀ ਹੈ। ਤੇ ਸਰਦਾਰ ਸਰੂਪ ਸਿੰਘ ਅਲੱਗ ਕਹਿੰਦੇ ਸਾਰੀ ਦੁਨੀਆ ਦੇ ਵਿੱਚ ਹੈ। ਕਹਿੰਦਾ ਮੈਂ ਕਿੰਨਾ ਭਾਗਾ, ਮੈਂ ਇਹਨੂੰ ਸਿੱਖਾਂ ਦਾ ਗ੍ਰੰਥ ਸਮਝ ਕੇ ਮੱਥਾ ਟੇਕਦਾ ਰਿਹਾ ਤੇ ਸਾਡਾ ਵੀ। ਮੈਂ ਤਾਂ ਕਿੰਨੀ ਵਾਰੀ ਗੁਰਦੁਆਰੇ ਗਿਆ। ਇਹ ਗੱਲ ਸਾਨੂੰ ਦੱਸਣੀ ਪਊਗੀ। ਤੇ 35 ਮਹਾਂਪੁਰਸ਼ ਉਹਨਾਂ ਦੀ ਜਿਹੜੀ ਉਮਤ ਹੈ, ਜਿਹੜੀ ਉਹਨਾਂ ਨੂੰ ਸਮਝਣ ਵਾਲੀ, ਉਹਨਾਂ ਦਾ ਨਾਮ ਜਪਣ ਵਾਲੀ ਉਮਤ ਹੈ, ਜੇ ਉਹਨਾਂ ਨੂੰ ਅਸੀਂ ਦੱਸ ਸਕੀਏ ਤੇ ਅਸੀਂ ਜਿਸ ਖਾਲਿਸਤਾਨ ਦਾ ਰੋਣਾ ਰੋਣੇ ਉਹਨੂੰ ਬਣਦਿਆਂ ਚਿੱਤ ਥੋੜ੍ਹੀ ਲੱਗਣਾ। ਫਿਰ ਤੇ ਸਾਰਾ ਹਿੰਦੁਸਤਾਨ ਹੀ ਖਾਲਿਸਤਾਨ ਹੋਊਗਾ। ਪਰ ਜੇ ਅਸੀਂ ਖਾਲਸੇ ਬਣ ਗਏ। ਸਤਿਗੁਰੂ ਰਹਿਮਤ ਕਰਨ। ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਸਰਦਾਰ ਭਾਈ ਸੋਧ ਸਿੰਘ ਮੇਰਾ ਸਟੂਡੈਂਟ ਵੀ ਹੈ, ਪਰ ਅਸੀਂ ਮਾਣ ਕਰਦੇ ਇਹੋ ਜਿਹੇ ਨੌਜਵਾਨਾਂ ਤੇ ਜਿਹੜੇ ਕੋ ਕੌਮ ਵਾਸਤੇ ਕੁਝ ਕਰ ਰਹੇ ਨੇ। ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਸ ਨੌਜਵਾਨ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ, ਹੋਰ ਚੜ੍ਹਦੀ ਕਲਾ ਦੇ ਨਾਲ ਇਸ ਨੌਜਵਾਨ ਨੂੰ ਤੇ ਇਸ ਪੂਰੀ ਟੀਮ ਨੂੰ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰੇ। ਵਿਚਾਰਾਂ ਬੇਨਤੀਆਂ ਕਰਦਿਆਂ ਤੋਂ ਜੇ ਕਿਸੇ ਦਾ ਦਿਲ ਦਿਖਾਉਣ ਵਾਲੀ ਕੋਈ ਗੱਲ ਕਹਿ ਗਿਆ ਵਾ, ਉਹਦੇ ਲਈ ਖਿਮਾ ਦਾ ਜੱਜ ਕਹਾਂ ਪੁੱਲ ਚੁੱਕਦੀ ਖਿਮਾ। ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਮਨ ਵਜੀਆਂ ਵਾਦਾਈਆਂ, ਰਾਗ ਰਤਨ ਪਰਵਾਰ ਪਰੀਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਾਚੇ ਸਾਹਿਬਾ, ਕਿਆ ਨਹੀਂ ਕਰਤੇ ਰਹਿ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੈ, ਨਾਮ ਦਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੀਰੇ, ਕਹੈ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਪਾਈ, ਕਰ ਸ਼ਾਂਤ ਸੁਖ ਮਨਿਆਇ ਵਸਿਆ। ਜਿਨੀ ਇੱਛਾ ਸਭ ਪੁਜਾਈਆਂ। ਸ਼ਾਂਤ ਸਮਾਇ ਦਾ ਗੁਰ ਮਿਟੋ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਨੋ ਸੰਤੋ, ਸ਼ਬਦ ਕਰੋ ਪਿਆਰੋ।
ਸੁਭਾਗਿਆ ਕਾਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਕਰ ਕਾਲਿਆ ਪੰਜ ਨੂਰ ਵਾਸ ਕੀਤੇ ਲਾਲ ਕੰਟਕ ਮਾਰਿਆ ਦੁਰਗਰਮ ਪਾਇਆ ਕਹੈ ਨਾਨਕ ਤਾਂ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ